ਸਤਨਾਮ ਵਾਹਿਗੁਰੂ ਜੀਓ। ਤੇਰੀ ਸ਼ਰਨ ਪਿਆ ਹੂੰ ਜੀਵਾਂ, ਤੂੰ ਸਮਰੱਥ ਪੁਰਖ ਮਿਹਰਵਾ। ਆਠ ਪਹਿਰ ਪ੍ਰਭ ਕੋ ਆਰਾਧੀ, ਨਾਨਕ ਸਦ ਕੁਰਬਾਨ। ਜਿਨ ਕੇ ਚੋਲੇ ਰਤੜੇ ਪਿਆਰੇ, ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੈ ਪਾਸ। ਤੋੜ ਤਿਨ ਕੀ ਜੇ ਮਿਲ ਜੀ ਕੋ, ਨਾਨਕ ਕੀ ਅਰਦਾਸ। ਪਰਮ ਸਤਿਕਾਰਯੋਗ ਸਤਿਗੁਰੂ ਸਵਾਰੀ ਸਾਧ ਸੰਗਤ ਜੀਓ, ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀਆਂ ਬਖਸ਼ਾਂ ਤਿੰਨਾਂ ਨੂੰ ਰਲ ਮਿਲ ਕੇ ਮਾਨਣ ਲਈ ਵਿਚਾਰ ਦੇ ਰੂਪ ਅੰਦਰ ਆਪਾਂ ਜੁੜ ਬੈਠਦੇ ਹਾਂ। ਵੱਖ ਵੱਖ ਮਹਾਨ ਪੁਰਖ ਸਾਧੂ ਲੋਕ ਬ੍ਰਹਮ ਗਿਆਨੀਆਂ ਦੇ ਦਰਸ਼ਨ ਦੀਦਾਰ ਇਨਸਾਨੀ ਬੁੱਧ ਮੁਤਾਬਕ ਸਤਿਗੁਰੂ ਜੀ ਦੀ ਬਖਸ਼ੀ ਹੋਈ ਸੋਝੀ ਮੁਤਾਬਕ ਇਹਨਾਂ ਮਹਾਨ ਸਾਗਰ ਦੀ ਤਰ੍ਹਾਂ ਸਾਧੂਆਂ ਦੇ ਜੀਵਨ 'ਚੋਂ ਕਿਣਕੇ ਤੋਂ ਵੀ ਘੱਟ ਮਾਤਰ ਜੋ ਉਹਨਾਂ ਨੇ ਸੁਮੱਤ ਬਖਸ਼ੀ, ਉਸ ਦੇ ਰਾਹੀਂ ਦਰਸ਼ਨ ਦੀਦਾਰ ਕਰਨ ਦਾ ਯਤਨ ਕਰਦੇ ਆਏ ਹਾਂ। ਅੱਜ ਆਪਾਂ ਦਰਸ਼ਨ ਕਰਾਂਗੇ ਸਤਿਕਾਰਯੋਗ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਦੇ। ਪਰ ਆਓ ਉਸ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਦੀ ਸਾਂਝ ਪਾਈਏ। ਪਿਆਰ ਅਦਬ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਮਹਾਨ ਕਿਰਪਾ ਸਦਕਾ ਜੋ ਨਿਰੰਕਾਰ ਨੇ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਵਾਲਿਆਂ ਨੂੰ ਇਸ ਪਾਵਨ ਪਵਿੱਤਰ ਸਰੀਰ ਅੰਦਰ ਜੋ ਸਮਾਂ ਬਖਸ਼ਿਆ, ਉਹ ਹੈ 29 ਮਾਰਚ 1913 ਤੋਂ ਲੈ ਕੇ 7 ਅਕਤੂਬਰ 1963 ਤੱਕ ਦਾ। ਕੇਵਲ 50 ਸਾਲ ਹਨ ਮਹਾਰਾਜ ਜੀ ਨੇ ਮਿਹਰ ਕੀਤੀ ਸੀ। ਸਰਦਾਰ ਬੱਗਾ ਸਿੰਘ, ਮਾਤਾ ਪ੍ਰਤਾਪ ਕੌਰ ਦੀ ਕੁੱਖ ਤੋਂ ਪਿੰਡ ਝੋਰੜਾ, ਤਹਿਸੀਲ ਜਗਰਾਓਂ, ਜ਼ਿਲ੍ਹਾ ਲੁਧਿਆਣਾ ਤੋਂ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਹੋਰਾਂ ਦੇ ਜੀਵਨ ਦੀ ਸ਼ੁਰੂਆਤ ਸਤਿਗੁਰਾਂ ਨੇ ਕਰਵਾਈ ਹੈ। ਨਿਰੰਕਾਰ ਦੀ ਖੇਡ ਹੈ ਗੁਰੂ ਕੇ ਪਿਆਰਿਓ। ਪੂਰਬਲੀਆਂ ਕਮਾਈਆਂ ਹੁੰਦੀਆਂ ਨੇ, ਕੋਈ ਅਚਾਨਕ ਕਦੇ ਪੂਰਾ ਸਾਧੂ ਬਣਨਾ ਤੇ ਕੀ, ਉਹ ਤਾਂ ਆਪਾਂ ਸੋਚ ਵੀ ਨਹੀਂ ਸਕਦੇ। ਪੂਰਨ ਸਾਧੂ ਦੀ ਸੰਗਤ ਮਿਲਣ ਲਈ ਲੈਣ ਲਈ ਵੀ ਪਤਾ ਨਹੀਂ ਕਿੰਨੇ ਕੁ ਹਜ਼ਾਰਾਂ ਜਨਮ ਕਿਸੇ ਨੂੰ ਭਗਤੀ ਕਰਨੀ ਪੈਂਦੀ ਤੇ ਤਾਂ ਕਿਸੇ ਪੂਰਨ ਸਾਧੂ ਦਾ ਸੰਗ ਮਿਲਦਾ। ਹੈਰਾਨ ਨਹੀਂ ਹੋਣਾ, ਇਹ ਨਿਰੰਕਾਰ ਦੀ ਕੋਈ ਖੇਡ ਹੈ। ਜੇ ਕਿਧਰੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਪ ਕਿਰਪਾ ਕਰਕੇ ਸੋਝੀ ਪਾਣ
ਤੇ ਸਾਧੂਆਂ ਦੀ ਸੰਗਤ ਪੂਰਿਆਂ ਦੀ ਮਿਲੀ ਹੋਵੇ, ਫਿਰ ਹੀ ਇਸ ਖੇਡ ਦਾ ਨਜ਼ਾਰਾ ਵੀ ਆਉਂਦਾ ਤੇ ਪਤਾ ਵੀ ਲੱਗਦਾ ਵੀ ਇਹ ਖੇਡ ਕਿਤਨੀ ਅਜੀਬੋ ਗਰੀਬ ਹੈ। ਮੈਂ ਬੇਨਤੀ ਕੀਤੀ ਹੈ, ਸਾਧੂ ਬਣਨਾ ਨਹੀਂ, ਸਾਧੂਆਂ ਦੀ ਪੂਰਨ ਸਾਧੂ ਦੀ ਸੰਗਤ ਲਈ ਕਈ ਜਨਮ ਭਗਤੀ ਹੋਵੇ, ਸ਼ੁਭ ਕਰਮ ਹੋਣ, ਪੁੰਨ ਹੋਣ ਤਾਂ ਮਿਲਦੀ ਹੈ। ਤੁਸੀਂ ਆਖੋਗੇ ਇਤਨੇ ਜਨਮਾਂ ਬਾਅਦ ਕੇਵਲ ਸਾਧੂ ਦੀ ਸੰਗਤ, ਇਹ ਸਾਨੂੰ ਲੱਗਦਾ ਹੈ ਨਾ ਵੀ ਪੂਰਨ ਸਾਧੂ ਇਹ ਕੇਵਲ ਸਾਧੂ ਹੈ, 5-6 ਫੁੱਟ ਦਾ ਸਰੀਰ, ਇਹਦੇ ਮਾਪੇ ਕਿਹੜੇ ਸਨ, ਕਿਹਦਾ ਨਾਲ ਖੇਡਿਆ, ਕਿੰਨੇ ਕੁ ਸਾਲ ਭਗਤੀ ਕੀਤੀ ਇਸ ਜਨਮ ਅੰਦਰ, ਇਹ ਸਾਡੀ ਸੋਚ ਹੈ ਨਾ। ਨਹੀਂ, ਕਦੇ ਸਤਿਗੁਰਾਂ ਵੱਲੋਂ ਹੋ ਕੇ, ਕਦੇ ਮਹਾਂਪੁਰਖਾਂ ਦੀ ਸੰਗਤ ਵਿੱਚ ਬੈਠ ਕੇ ਆਪਣੇ ਅੰਦਰ ਝਾਤ ਮਾਰ ਕੇ ਵੇਖੀਏ, ਪਿਆਰੇ ਜਦੋਂ ਪੂਰਨ ਸਾਧੂ ਦਾ ਸੰਗ ਮਿਲਦਾ, ਇਸ ਗੱਲ ਦਾ ਪ੍ਰਤੀਕ ਹੈ। ਜੇ ਹੁਣ ਉਹਦਾ ਬਚਨ ਕਮਾ ਲਿਆ ਤੇ ਅਗਲੇ ਪਾਸੇ ਨਿਰੰਕਾਰ ਦਾ ਘਰ ਹੈ। ਇਹਦਾ ਮਤਲਬ ਨਿਰੰਕਾਰ ਦੇ ਘਰ ਪਹੁੰਚਣ ਤੋਂ ਪਹਿਲਾਂ, ਉਸ ਦਰਵਾਜ਼ੇ ਤੋਂ ਪਹਿਲਾਂ ਪੂਰਨ ਸਾਧੂ ਦੀ ਸੰਗਤ ਮਿਲੇਗੀ। ਜਿਹਨੇ ਉਹਦਾ ਬਚਨ ਕਮਾ ਲਿਆ, ਜਿਹਨੂੰ ਰੱਬ ਨੇ ਉਹ ਦੇ ਦਿੱਤੀ ਸੰਗਤ, ਇਹਦਾ ਮਤਲਬ ਪਰਮੇਸ਼ਰ ਹੋਣ, ਇਹ ਜੀਵਨ ਜਿਹੜਾ ਸ਼ੁਰੂਆਤ ਕੀਤੀ ਸੀ, ਕਰੋੜਾਂ ਜਨਮਾਂ ਤੋਂ ਤੁਰੇ ਸਾਂ, ਉਹਦੀ ਹੁਣ ਸੰਪੂਰਨਤਾ ਹੋਣ ਵਾਲੀ ਹੈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਮਾਲੀ ਗੌੜਾ ਰਾਗ ਅੰਦਰ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦਾ ਇੱਕ ਬਚਨ ਹੈ। ਕਹਿੰਦੇ ਦੁਨੀਆ ਦੇ ਮਨੋਰਥ ਹੁੰਦੇ ਨੇ, ਕਿਸੇ ਦਾ ਮਨੋਰਥ ਹੈ ਮੈਂ ਇੰਨਾ ਕੁ ਪੈਸਾ ਕਮਾਉਣਾ ਹੈ, ਕਿਸੇ ਦੀ ਜ਼ਿੰਦਗੀ ਦਾ ਮਨੋਰਥ ਹੁੰਦਾ ਹੈ ਵੀ ਮੈਂ ਇਸ ਖਾਸ ਜਿਹੜੀ ਪਦਵੀ 'ਤੇ ਪਹੁੰਚਣਾ ਹੈ, ਕਿਸੇ ਦਾ ਮਨੋਰਥ ਹੁੰਦਾ ਹੈ ਵੀ ਜੀਵਨ ਵਿੱਚ ਇਤਨੀ ਜ਼ਮੀਨ ਜਾਇਦਾਦ ਬਣਾਉਣੀ। ਪਰ ਸਤਿਗੁਰੂ ਕਹਿੰਦੇ ਅਸਲ ਵਿੱਚ ਇਨਸਾਨ ਦੀ ਮੰਜ਼ਿਲ ਹੈ ਪਰਮਾਤਮਾ ਦੀ ਪ੍ਰਾਪਤੀ ਕਰਨੀ, ਤੇ ਉਹ ਜੇ ਕਾਰਜ ਕਰ ਲਿਆ ਤੇ ਬਾਕੀ ਕਾਰਜ ਸਾਰੇ ਪ੍ਰਵਾਨ, ਜੇ ਉਹ ਨਹੀਂ ਖੋਇਆ ਤੇ ਕੋਈ ਕਾਰਜ ਵੀ ਪ੍ਰਵਾਨ ਨਹੀਂ। ਸਾਹਿਬ ਕਹਿੰਦੇ ਨੇ ਨਾ, ਅਵਰ ਕਾਜ ਤੇਰੇ ਕਿਤੇ ਨਾ ਕਾਮ। ਤੇ ਧੰਨ ਗੁਰੂ ਅਰਜਨ ਸਾਹਿਬ ਜੀ ਦਾ ਬਚਨ ਜੇ ਮੌਕਾ ਮਿਲੇ ਤੇ ਜ਼ਰੂਰ ਦਰਸ਼ਨ ਕਰਨੇ। ਸਤਿਗੁਰੂ ਜੀ ਬਾਰ-ਬਾਰ ਇਹ ਬਚਨ ਕਰਦੇ, ਪਰ ਉਹਨਾਂ ਸਾਰਿਆਂ ਨੂੰ ਤੇ ਨਾ ਆਪਾਂ ਵਿਚਾਰਨਾ, ਇੱਕ ਬਚਨ ਸਾਹਮਣੇ ਲਿਆਈਦਾ ਕਿਸੇ ਗੱਲ ਨੂੰ ਸਮਝਣ ਲਈ। ਸਾਹਿਬ ਕਹਿੰਦੇ ਜਦੋਂ ਰੱਬ ਦੀ ਕਿਰਪਾ ਹੋਵੇ, ਉਹਦੀ ਬਖਸ਼ਿਸ਼ ਹੋਵੇ ਤੇ ਅੰਦਰ ਤੁਹਾਡਾ ਕਹੇਗਾ, ਹੇ ਨਿਰੰਕਾਰ, ਮੇਰੀ ਜ਼ਿੰਦਗੀ ਦਾ ਇੱਕੋ ਕਾਰਜ ਸਫਲ ਮੈਂ ਸਮਝਾਂਗਾ ਜੇ ਮੈਨੂੰ ਮੇਰੇ 'ਤੇ ਕਿਰਪਾ ਕਰਕੇ ਕਿਸੇ ਪੂਰਨ ਸਾਧੂ ਦੀ ਸੰਗਤ ਮੈਨੂੰ ਮਿਲਾ ਦਿਓ। ਕਹਿੰਦੇ ਇਹੀ ਹਮਾਰਾ ਸਫਲ ਕਾਜ, ਆਪਣੇ ਦਾਸ ਕੋ ਲਿਹੋ ਨਿਵਾਜ। ਮੈਂ ਤੁਹਾਡਾ ਦਾਸ ਹਾਂ, ਰੱਬ ਕੋਲ ਅਰਦਾਸਾਂ ਕਰ ਕਰਕੇ ਫਿਰ ਰੱਬ ਤਰੁੱਟ ਕੇ ਕਿਸੇ ਨੂੰ ਸੰਗਤ ਦਿੰਦਾ। ਤਾਂ ਹੀ ਨਿੰਦਾ ਤੇ ਹਰ ਕੋਈ ਕਰ ਸਕਦਾ, ਮਾੜਾ ਤੇ ਹਰ ਕੋਈ ਕਹਿ ਸਕਦਾ ਹੈ, ਪਰ ਉਹਨਾਂ ਦੀ ਸੰਗਤ 'ਚੋਂ ਲਾਭ ਲੈਣਾ ਇਹ ਕੋਈ ਵਿਰਲੀਆਂ ਰੂਹਾਂ ਹੁੰਦੀਆਂ ਨੇ। ਲਾਭ ਦੇ ਵੀ ਦੋ ਅਰਥ ਨੇ। ਇੱਕ ਹੁੰਦਾ ਕਿਸੇ ਸਾਧੂ ਦੀਆਂ ਗੱਲਾਂ ਕਰਨੀਆਂ ਖੂਬ, ਵੀ ਜਿਹੜੇ ਸਾਧੂ ਨਾਲ ਮੈਂ ਜੁੜਿਆ ਉਹ ਸਾਧੂ ਬਹੁਤ ਵੱਡਾ ਹੈ, ਪਰ ਆਪਣੇ ਜੀਵਨ ਵਿੱਚ ਨਾ ਨਾਮ ਜਪ ਕੇ ਅਨੁਭਵ ਕਰਨਾ, ਨਾ ਉਹ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨਾਲ ਪਿਆਰ ਭਰੀਆਂ ਸੁਰਤੀ ਦੀਆਂ ਗਲਵੱਕੜੀਆਂ ਪਾਣੀਆਂ। ਪਿਆਰਿਓ, ਨਾ ਕਦੇ ਸਾਧੂ ਖੁਸ਼ ਹੋਏਗਾ ਤੇ ਨਾ ਸਤਿਗੁਰੂ ਖੁਸ਼ ਹੋਣਗੇ। ਸਾਧੂ ਦਾ ਤੇ ਧਰਮ ਹੈ ਜੋੜਨਾ ਪਰਮੇਸ਼ਰ ਬਾਣੀ ਨਾਮ ਨਾਲ। ਜੇ ਅਸੀਂ ਉਹ ਕੰਮ ਨਹੀਂ ਕੀਤਾ ਤੇ ਕੋਲ ਰਹਿ ਕੇ ਵੀ ਸੁੱਕੇ ਤੇ ਖਾਲੀ ਰਹਾਂਗੇ। ਵੇਖ ਦਿਓ ਕਈ ਲੋਕ ਹੈ, ਕਈ ਸਾਲਾਂ ਪਰ ਪੂਰਨ ਸਾਧੂ ਦੀ ਸੰਗਤ ਵਿੱਚ ਰਹਿੰਦੇ ਤੇ ਅੰਦਰ ਨਫ਼ਰਤ ਤੇ ਈਰਖਾ ਨਾਲ ਭਰੇ ਹੁੰਦੇ ਨੇ। ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਵਾਲਿਆਂ ਨੇ, ਬਾਬਾ ਆਨੰਦ ਸਿੰਘ ਜੀ ਨਾਨਕਸਰ ਵਾਲਿਆਂ ਨੇ ਪਹਿਲਾਂ ਹੀ ਕਹਿ ਦਿੱਤਾ ਸੀ, ਤੁਸੀਂ ਇੱਥੋਂ ਨਾਨਕਸਰ ਠਾਠ ਤੋਂ ਤੁਸੀਂ ਜੇਕਰ ਸਿੰਘ ਨਾਰਾਜ਼ ਹੋਏ ਤੇ ਇੱਥੋਂ ਚਲੇ ਜਾਣਾ ਝੋਰੜੀ, ਆਪੇ ਸਮਾਂ ਆਏਗਾ ਤੇ ਨਿਰੰਕਾਰ ਦੇ ਹੁਕਮ ਵਿੱਚ ਵਾਪਸ ਬੁਲਾ ਲਵਾਂਗੇ। 1913 ਦਾ ਬਾਬਾ ਜੀ ਖੁਰਾਂ ਦਾ ਜਨਮ ਹੁੰਦਾ ਹੈ। 30 ਸਾਲ ਦੇ ਸਨ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਨਿਵਾਜਿਆ। ਮੇਰੇ ਕਹਿਣ ਤੋਂ ਮੁਰਾਦ 1943 'ਚੋਂ ਬਾਬਾ ਆਨੰਦ ਸਿੰਘ ਜੀ ਮਹਾਰਾਜ
ਚੋਲਾ ਬਦਲਦੇ ਨੇ। ਅਤੇ 1950 ਤੱਕ 7 ਸਾਲ ਈਰਖਾ, ਦੁਵੈਸ਼, ਸਾੜਾ, ਚੌਧਰਾਂ ਦੀ ਭੁੱਖ ਅੰਦਰ ਰੱਖਣ ਵਾਲਿਆਂ ਨੇ ਬਾਬਾ ਈਸ਼ਰ ਸਿੰਘ ਜੀ ਖੁਰਾ ਨੂੰ ਨਾਨਕਸਰ ਨਹੀਂ ਵੜਨ ਦਿੱਤਾ। ਇਹਦਾ ਮਤਲਬ ਰਹਿ ਤੇ ਉਹ ਵੀ ਸਾਧੂ ਕੁਲ ਰਹੇ ਸਨ, ਪਰ ਅੰਦਰ ਨਫ਼ਰਤ ਭਰਿਆ ਪਿਆ। ਅਸੀਂ ਅੱਜ ਨੋਟ ਕਰੀਏ, ਜ਼ਰੂਰੀ ਨਹੀਂ ਹੁੰਦਾ ਵੀ ਅਸੀਂ ਨਿੰਦਾ ਨਹੀਂ ਕਰਦੇ ਤੇ ਅਸੀਂ ਚੰਗੇ ਹਾਂ, ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਤੇ ਅਸੀਂ ਪ੍ਰਵਾਨ ਹਾਂ। ਨਹੀਂ, ਬਿਲਕੁਲ ਨਹੀਂ ਭੁਲੇਖੇ 'ਚ ਰਹਿਣਾ ਚਾਹੀਦਾ। ਸਾਧੂ ਦੀ ਸੰਗਤ ਸਤਿਕਾਰਯੋਗ ਧੰਨ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਜੀ ਦੀ ਹੋਵੇ, ਚਾਹੇ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਵਾਲੇ ਦੀ ਹੋਵੇ, ਅਤੇ ਚਾਹੇ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਹੋਣ, ਚਾਹੇ ਖਰਖੋਵਾਲ, ਕੋਈ ਵੀ ਸਾਧੂ, ਮੇਰੇ ਕਹਿਣ ਤੋਂ ਮੁਰਾਦ ਸਾਧੂ ਉਦੋਂ ਹੀ ਖੁਸ਼ ਹੁੰਦਾ ਹੈ ਅਤੇ ਪਿਆਰਿਓ ਸਾਨੂੰ ਲਾਭ ਹੈ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨਾਂ ਨੂੰ ਕਮਾਵਾਂਗੇ ਅਤੇ ਫਿਰ ਉਹ ਸਾਡੀ ਜਾਮਨੀ ਪੜ੍ਹਨਗੇ ਅਤੇ ਦਰਗਾਹ 'ਚ ਲੈ ਕੇ ਜਾਣਗੇ। ਨਹੀਂ ਤੇ ਅੰਦਰ ਬਦਲਣਾ ਨਹੀਂ ਹੈ। ਤੋ ਗੱਲ ਕਰ ਰਹੇ ਸਾਂ, ਲਾਭ ਲੈਣਾ ਸਤਿਗੁਰੂ ਜੀ ਆਪ ਜਾਚਾਂ ਸਿਖਾਉਂਦੇ ਨੇ। ਕਹਿੰਦੇ ਜ਼ਿੰਦਗੀ ਦਾ ਮਨੋਰਥ ਬਣ ਗਿਆ ਪਰਮੇਸ਼ਰ ਤੇਰੇ ਚਰਨਾਂ 'ਚ ਅਰਦਾਸ ਹੈ ਮੈਨੂੰ ਸੰਗਤ ਬਖਸ਼ ਪੂਰਿਆਂ ਦੀ। ਅਤੇ ਮਹਾਰਾਜ ਆਪ ਹੀ ਦੱਸਦੇ, ਜੇ ਇੱਕ ਸੰਗਤ ਮਿਲ ਗਈ ਤਾਂ ਕਿਵੇਂ ਸੰਗਤ ਕਰਨੀ ਹੈ, ਕਿਵੇਂ ਕਰਨੀ ਚਾਹੀਦੀ ਹੈ ਵੀ ਸੱਚੀ ਮੁੱਚੀ ਪੂਰਨ ਸਾਧੂ ਦੀ ਸੰਗਤ 'ਚੋਂ ਲਾਭ ਮਿਲੇ। ਸਤਿਗੁਰੂ ਦੱਸਦੇ ਨੇ ਭਈ ਅੰਦਰ ਨਿਮਰਤਾ ਗਰੀਬੀ ਇੰਨੀ ਹੋਵੇ ਕਿ ਮੱਥਾ ਮਹਾਂਪੁਰਖਾਂ ਦੇ ਚਰਨੀ ਵੇਖਦਾ ਰਵੇ। ਕਦੇ ਨਾ ਵੇਖੇ ਖਾਂਦੇ ਪੀਂਦੇ ਕਿ ਇਹਨਾਂ ਨੇ ਬਾਹਰੋਂ ਕੀ ਬਣਾਇਆ। ਅੱਖਾਂ ਜਿਹੜੀਆਂ ਨੇ ਕਹਿੰਦੇ ਮੱਥਾ ਉਹਨਾਂ ਦੀ ਚਰਨਾਂ ਵਿੱਚ ਲੱਗਾ ਰਵੇ। ਜਿਹੜੇ ਨੇਤਰ ਨੇ ਦਿਨ ਅਤੇ ਰਾਤ ਉਹਨਾਂ ਦੇ ਦਰਸ਼ਨ ਕਰਦੇ ਰਹਿਣ। ਹੱਥ ਜਿਹੜੇ ਨੇ ਉਹਨਾਂ ਦੀ ਟਹਿਲ ਜੋ ਸੇਵਾ ਲਾਣ ਉਹ ਕਰਨ। ਆਪਣੀ ਜਿੰਦ, ਮਨ ਅਤੇ ਤਨ ਉਹਨਾਂ ਨੂੰ ਅਰਪਣ ਕਰ ਦਿਓ, ਭੇਟਾ ਕਰ ਦਿਓ ਪੂਰੇ ਦਾ ਪੂਰਾ। ਬਚਨ ਨੇ ਚਰਨ ਸੰਤੈ ਮਾਥ ਮੋਰ, ਉਹਨਾਂ ਦੇ ਚਰਨ ਮੇਰੇ ਮੱਥੇ ਨਾ ਲੱਗਣ। ਨੈਣ ਦਰਸ ਪੇਖੋਂ ਨਿਸਭੋਰ, ਦਿਨੇ ਤੇ ਰਾਤ ਮੈਂ ਉਹਨਾਂ ਦਾ ਦਰਸ਼ਨ ਕਰਦਾ ਰਹਾਂ। ਇਹ ਰੀਝ ਹੋਵੇ ਅੰਦਰੋਂ, ਦਿਲੋਂ ਨਿਕਲੀ ਕੋਈ ਆਵਾਜ਼। ਹਸਤ ਖਮਰੇ ਸੰਤ ਟਹਿਲ, ਜਿਹੜੇ ਹੱਥ ਮੇਰੇ ਨੇ ਉਹਨਾਂ ਦੀ ਟਹਿਲ ਕਰਨ ਤੇ ਇਹ ਜੀਵਨ ਦਾ ਮਨੋਰਥ ਮੇਰਾ ਪੂਰਾ ਹੋ ਜਾਏਗਾ। ਲੋਕ ਕਹਿਣਗੇ ਵਿਚਾਰਾ ਐਵੇਂ ਸਾਧੂਆਂ ਦੇ ਮਗਰ ਲੱਗਾ। ਕਹਿੰਦੇ ਪਰਵਾਹ ਨਹੀਂ, ਪ੍ਰਾਣ ਮਨ ਧਨ ਸੰਤ ਬਹਿਲ। ਬਹਿਲ ਦਾ ਅਰਥ ਹੁੰਦਾ ਅਰਪਣ ਕਰਨਾ। ਜਿੰਦ ਤਨ ਮਨ ਸਭ ਕੁਛ ਉਹਨਾਂ ਨੂੰ ਅਰਪਣ ਕਰ ਦਿਓ। ਸੰਤ ਸੰਗ ਮੇਰੇ ਮਨ ਕੀ ਪ੍ਰੀਤ, ਸੰਤ ਗੁਣ ਬਸੈ ਮੇਰੇ ਚੀਤ। ਕਹਿੰਦੇ ਮੇਰਾ ਦਿਲੋਂ ਪਿਆਰ ਹੋਵੇ, ਲੋਕਾਂ ਨੂੰ ਦਿਖਾਉਣ ਵਾਲਾ ਨਹੀਂ। ਕਈ ਵਾਰ ਉੱਤੋਂ ਬਹੁਤ ਡੀਂਗਾਂ ਮਾਰੀਆਂ ਜਾਂਦੀਆਂ ਨੇ। ਮੈਂ ਬਹੁਤ ਪਿਆਰ ਕਰਦਾ, ਜਦੋਂ ਕੋਈ ਸਾਧੂ ਬਚਨ ਕਰੇ ਉਦੋਂ ਮੰਨਿਆ ਨਹੀਂ ਜਾਂਦਾ, ਬੰਦਾ ਚੋਰੀ ਭੱਜਦਾ। ਇਹ ਕੀ ਹੋ ਗਿਆ ਮੇਰੇ ਨਾਲ। ਕਹਿੰਦੇ ਸੰਤਾਂ ਵਾਲੇ ਗੁਣ ਮੇਰੇ ਚਿੱਤ ਵਿੱਚ ਵਸਣ, ਜਿਹੜੇ ਉਹ ਗੁਣ ਦੱਸਦੇ ਨੇ। ਸੰਤ ਆਗਿਆ ਮਨੈ ਮੀਠ, ਮੇਰਾ ਕਮਲ ਬਿਗਸੈ ਸੰਤ ਡੀਠ। ਜੋ ਵੀ ਸਾਧੂ ਆਗਿਆ ਕਰੇ ਨਾ, ਬਸ ਉਹਨੂੰ ਖਿੜੇ ਮੱਥੇ ਮੈਂ ਪ੍ਰਵਾਨ ਕਰ ਲਵਾਂ। ਧਿਆਨ ਕਰੀਏ ਪਿਆਰਿਓ, ਜਿਨ੍ਹਾਂ ਨੂੰ ਸਤਿਗੁਰੂ ਨੇ ਤਰੁੱਟ ਕੇ ਸੰਗਤਾਂ ਬਖਸ਼ੀਆਂ ਨੇ ਪੂਰਿਆਂ ਦੀਆਂ, ਕਹਿੰਦੇ ਉਹਨਾਂ ਦੀ ਆਗਿਆ ਐਵੇਂ ਦੱਬ ਘੁੱਟ ਕੇ ਮੱਥੇ ਵੱਟ ਪਾ ਕੇ ਨਹੀਂ, ਮਿੱਠੀ ਕਰਕੇ ਮੰਨੋ, ਫਿਰ ਅੰਦਰ ਖਿੜ ਜਾਏਗਾ। ਸੰਤ ਸੰਗ ਮੇਰਾ ਹੋਏ ਨਿਵਾਸ, ਸੰਤਨ ਕੀ ਮੋਏ ਬਹੁਤ ਪਿਆਸ। ਸਦਾ ਉਹਨਾਂ ਸਾਧੂਆਂ ਦੇ ਅਤੇ ਸਾਧੂਆਂ ਦੇ ਪਿਆਰਿਆਂ ਦੀ ਸੰਗਤ ਵਿੱਚ ਮੇਰਾ ਵਾਸਾ ਹੋਵੇ। ਅੰਦਰ ਪਿਆਸ ਲੱਗੀ ਰਵੇ ਭਈ ਜੋ ਸਾਧੂ ਕਹਿੰਦਾ ਉਸ ਨੂੰ ਮੈਂ ਮੰਨਣਾ। ਸੰਤ ਬਚਨ ਮੇਰੇ ਮਨੈ ਮੰਤ। ਜਿਹੜੇ ਸਤਿਗੁਰੂ ਜੀ ਦੇ ਪਿਆਰੇ ਸਾਧੂ ਬਚਨ ਕਰਦੇ ਹੋ, ਗੁਰੂ ਸਾਹਿਬ ਤੋਂ ਵੱਖਰੇ ਹੋ ਕੇ ਨਹੀਂ ਕਰਦੇ, ਕਦੇ ਵੀ ਨਹੀਂ। ਇਹ ਸਾਡਾ ਭੁਲੇਖਾ ਹੁੰਦਾ ਵੀ ਸਾਧੂ ਕੁਝ ਹੋਰ ਕਹਿ ਰਿਹਾ, ਸਤਿਗੁਰੂ ਜੀ ਕੁਝ ਹੋਰ ਕਹਿ ਰਹੇ। ਕਦੇ ਵੇਖਣਾ ਧਿਆਨ ਨਾਲ, ਸਾਧੂ ਜਿਹੜੇ ਜਿਹੜੇ ਬਚਨ ਕਰਨਗੇ ਨਾ, ਬਾਅਦ 'ਚ ਗੁਰਬਾਣੀ ਪੜ੍ਹ ਕੇ ਵੇਖਣਾ, ਇੱਕਦਮ ਗੁਰਬਾਣੀ ਦੇ ਅਰਥ ਪੰਕਤੀ ਤੁਹਾਡੇ ਸਾਹਮਣੇ ਆ ਗਈ ਵੀ ਆਹ ਤੇ ਮਹਾਰਾਜ ਜੀ ਨੇ ਕਹੇ ਸੀ, ਅਤੇ ਅਸੀਂ ਤੋਂ ਗੱਲ ਕਿਸੇ ਨਾਲ ਸਾਧੂ ਕਰ ਰਹੇ ਸਨ ਅਤੇ ਉੱਥੇ ਹੋ ਗਈ ਆਪਾਂ ਅੱਜ ਗੱਲ ਕਰ ਰਹੇ ਸਾਂ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਵਾਲਿਆਂ ਦੀ। ਉਸ ਤੋਂ ਪਹਿਲਾਂ ਇਸ ਬਚਨ ਨੂੰ ਮੈਂ ਜਾਣ ਬੁੱਝ ਕੇ ਤੁਹਾਡੇ ਨਾਲ ਸਾਂਝਾ ਕਰ ਰਿਹਾ। ਕਹਿੰਦੇ ਜਦੋਂ ਸੰਤ ਦੀ ਕਿਰਪਾ ਹੋਵੇ ਤੇ ਅੰਦਰੋਂ ਵਿਕਾਰ ਖੱਟ ਜਾਂਦੇ ਨੇ। ਮੁਕਤ ਜੁਗਤ ਇਹਾ ਨਿਧਾਨ,
ਪ੍ਰਭ ਦਿਆਲ ਮੋਇ ਦੇਵੋ ਦਾਨ। ਖਜ਼ਾਨਾ ਜਿਹੜਾ ਲੋਕੀ ਤੇ ਬਣਾਉਂਦੇ ਨਾ ਬਾਹਰੋਂ ਖਜ਼ਾਨੇ, ਕਹਿੰਦੇ ਸਾਡਾ ਮੁਕਤੀ ਜੁਗਤੀ ਖਜ਼ਾਨਾ ਇੱਕੋ ਹੀ ਪਈ ਸਾਧੂ ਦੀ ਸੰਗਤ ਕਰਨੀ ਤੇ ਜੋ ਬਚਨ ਕਹੇ ਉਹਨੂੰ ਮੰਨਣਾ। ਤੇ ਕਹਿੰਦੇ ਚੀਜ਼ਾਂ ਐਵੇਂ ਨਹੀਂ ਮਿਲਦੀਆਂ। ਫਿਰ ਅਰਦਾਸ ਤੋਂ ਕਹਾਣੀ ਸ਼ੁਰੂ ਕੀਤੀ ਤੇ ਅਰਦਾਸ ਤੇ ਮੁਕਾ ਰਹੇ ਪ੍ਰਭੂ ਦਇਆ ਕਰਕੇ ਮੈਨੂੰ ਦਾਨ ਵਜੋਂ ਦੇ ਦਿਓ, ਮੈਂ ਇਹਦੇ ਯੋਗ ਨਹੀਂ ਮੈਂ ਕਿਸੇ ਪੂਰਨ ਸਾਧੂ ਦੀ ਸੰਗਤ ਵਿੱਚ ਖਲੋ ਵੀ ਸਕਾਂ, ਕਿਉਂਕਿ ਇੱਥੇ ਤੇ ਇੱਕ ਦੋ ਇੱਕ ਝੜਨਦੀਆਂ ਜੀਵਨ ਵਾਲੀਆਂ ਸਖੀਆਂ ਬੈਠੀਆਂ ਨੇ। ਨਾਨਕ ਕੋ ਪ੍ਰਭ ਦਇਆ ਧਾਰ ਚਰਨ ਸੰਤਨ ਕੇ ਮੇਰੇ ਹਿਰਦੇ ਮਜ਼ਾਰ। ਹੇ ਮੇਰੇ ਵਾਹਿਗੁਰੂ ਮੇਰੇ ਤੇ ਦਇਆ ਕਰੋ ਵੀ ਮਹਾਂਪੁਰਖਾਂ ਦੇ ਚਰਨ ਨਾ ਮੇਰੇ ਹਿਰਦੇ ਵਿੱਚ ਵਸ ਜਾਣ। ਬਾਹਰੋਂ ਪਿਆਰਿਓ ਸਰੀਰ ਦੇ ਚਰਨ ਨਹੀਂ ਖੁੰਦੇ, ਇਹ ਸੁਰਤੀ ਨਾਲ ਹੀ ਖੇਡ ਖੇਡੀ ਜਾਂਦੀ ਸਾਰੀ। ਜਿਨ੍ਹਾਂ ਨੂੰ ਮਹਾਰਾਜ ਇਹ ਬਖਸ਼ਾਂ ਦਿੰਦੇ ਨੇ ਉਹ ਜਾਣਦੇ ਨੇ ਕਿਵੇਂ ਸਤਿਗੁਰਾਂ ਦੇ ਚਰਨ ਸਾਧੂ ਦੇ ਚਰਨਾਂ ਨੂੰ ਹਿਰਦੇ 'ਚ ਕਿਵੇਂ ਵਸਾਇਆ ਜਾਂਦਾ ਹੈ। ਪਿਆਰ ਵਾਲੇ ਜਿੱਥੇ ਵੀ ਅੱਖ ਬੰਦ ਕਰਨਗੇ ਪੂਰਿਆਂ ਦੇ ਚਰਨ ਉਹਦੇ ਸਾਹਮਣੇ ਖੋਣਗੇ, ਜਿੱਥੇ ਵੀ ਸਿਰ ਨਿਵਾਣਗੇ ਉਹਨਾਂ ਦੇ ਚਰਨ ਸਾਹਮਣੇ ਖੋਣਗੇ। ਉਹ ਚਰਨ ਕੇਵਲ ਚਮੜੇ ਦੇ ਨਹੀਂ, ਉਹ ਕੋਈ ਬਖਸ਼ਾਂ ਦੇ ਇਸ਼ਾਰੇ ਖੋਇਆ ਕਰਦੇ ਨੇ। ਇਸ਼ਾਰੇ ਨਹੀਂ ਵਾਹਿਗੁਰੂ, ਉਹਨਾਂ 'ਚੋਂ ਸੱਚਮੁੱਚ ਉਹ ਦਾਤ ਨਿਕਲ ਰਹੀ ਹੁੰਦੀ ਏ। ਗੱਲ ਕਰੀਏ ਸਤਿਕਾਰਯੋਗ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਵਾਲੇ ਮਹਾਂਪੁਰਖਾਂ ਦੀ। ਸਭ ਤੋਂ ਪਹਿਲਾਂ ਤੇ ਹੈਰਾਨ ਹੋਈਦਾ ਹੈ ਉਹ ਧੰਨ ਸਨ ਜਿਨ੍ਹਾਂ ਨੇ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਦੀ ਸੇਵਾ ਕਰਕੇ ਉਹਨਾਂ ਦੇ ਬਚਨ ਕਮਾਲ ਹੈ। ਬਹੁਤ ਔਖਾ ਹੈ, ਪੂਰਨ ਸਾਧੂ ਦੀ ਸੰਗਤ 'ਚ ਰਹਿਣਾ ਬਹੁਤ ਔਖਾ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ ਜਿਵੇਂ ਸ਼ੇਰ ਦੇ ਕੋਲ ਰਹਿਣਾ ਔਖਾ ਹੈ। ਉਹਨਾਂ ਨੇ ਤਾਂ ਬੜੀਆਂ ਉਦਾਹਰਨਾਂ ਦਿੱਤੀਆਂ ਨੇ, ਪਰ ਖੈਰ ਉਧਰ ਨਾ ਤੁਰੀਏ, ਕਿਉਂਕਿ ਸਾਧੂ ਤੁਹਾਡੇ ਅੰਦਰ ਦੇ ਫੁਰਨੇ ਇੱਕ ਇੱਕ ਨੂੰ ਜਾਣਦਾ ਵੀ ਅਸੀਂ ਕੀ ਸੋਚ ਰਹੇ ਹਾਂ, ਕਿੱਥੋਂ ਆਏ ਹਾਂ, ਕਿੱਧਰ ਜਾਣਾ ਚਾਹੁੰਦੇ ਹਾਂ। ਉਹਨਾਂ ਨੇ ਅੱਠੇ ਪੈਰ ਉਹ ਦੇਖ ਰਹੇ ਨੇ, ਭਾਵੇਂ ਸਰੀਰ ਕਰਕੇ ਦੂਰ ਹੋਈਏ ਚਾਹੇ ਨੇੜੇ। ਫਿਰ ਉਹਨਾਂ ਨੇ ਬਚਨ ਪਤਾ ਨਹੀਂ ਉਹ ਕਰਨਾ ਜਿਹੜਾ ਆਪਣੀ ਸਮਝ ਸੋਚ ਦੇ ਵਿੱਚ ਹੋਵੇ ਹੀ ਨਾ। ਕਦੀ ਆਪਾਂ ਸੋਚਿਆ ਸਮਝਿਆ ਵੀ ਨਹੀਂ। ਬਾਬਾ ਆਨੰਦ ਸਿੰਘ ਜੀ ਮਹਾਰਾਜ ਕਾਰ 'ਤੇ ਤੁਰੇ ਜਾਂਦੇ ਨੇ, ਨਾਲ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਵਾਲੇ। ਅੱਗੇ ਵੀ ਆਪਾਂ ਵਿਚਾਰਿਆ ਸੀ ਵੱਡਿਆਂ ਦੇ ਜਦੋਂ ਜੀਵਨ ਦੇ ਦਰਸ਼ਨ ਕੀਤੇ ਸੀ। ਅਚਾਨਕ ਕਹਿੰਦੇ ਈਸ਼ਰ ਪ੍ਰਸ਼ਾਦਾ ਛਕਣਾ ਹੈ, ਬਸ ਇਹਨਾਂ ਮੁਖ ਤੋਂ ਬਚਨ ਨਿਕਲਦਾ। ਕਹਿੰਦੇ ਕਾਰ ਰੋਕੋ, ਡਰਾਈਵਰ ਨੂੰ ਕਿਹਾ ਰੋਕੀ। ਜੋੜੀ ਵਾਲੇ ਕੋਲੋਂ ਜਿਹੜਾ ਆਟਾ ਵਰਤਦੇ ਸੀ ਧਾਮੇ ਲਈ ਉਹ ਲੈ ਲਿਆ। ਆਟਾ ਲੈ ਕੇ ਕੋਲ ਇੱਕ ਜ਼ਿਮੀਂਦਾਰ ਨੇ ਪਾਣੀ ਲਾਇਆ ਸੀ, ਕੁਦਰਤ ਨੇ ਸਬੱਬ ਬਣਾਏ ਹੁੰਦੇ ਨੇ ਪਹਿਲਾਂ ਹੀ। ਉਹਦੇ ਕੋਲੋਂ ਕਈ ਲੈ ਲਈ, ਕਈ ਧੋ ਕੇ ਕਈ ਦੇ ਫਾਲੇ 'ਤੇ ਆਟਾ ਰੱਖ ਕੇ ਗੁੰਨ ਕੇ ਉਸ ਦਾ ਹੀ ਪ੍ਰਸ਼ਾਦਾ ਇੱਕ ਪੇੜਾ ਬਣਾ ਕੇ ਉਹਦੇ ਉੱਪਰ ਹੀ ਪੇੜਾ ਪ੍ਰਸ਼ਾਦਾ ਬਣ ਗਿਆ। ਉੱਥੇ ਲੱਕੜਾਂ ਇਕੱਠੀਆਂ ਕੀਤੀਆਂ, ਅੱਗ ਬਾਲੀ ਅਤੇ ਕਈ ਦਾ ਫਾਲਾ ਹੀ ਗਰਮ ਕਰਕੇ ਉਹਦੇ ਉੱਪਰ ਪ੍ਰਸ਼ਾਦਾ ਰੱਖ ਕੇ ਪਕਾ ਕੇ ਰੁੱਖਾ ਹੀ ਬਾਬਾ ਜੀ ਦੇ ਸਾਹਮਣੇ ਭੇਟ ਕਰ ਦਿੱਤਾ। ਹੈਰਾਨ ਹੋ ਜਾਈਦਾ ਵੀ ਕਮਾਲ ਹੈ ਭਈ ਇੱਕਦਮ ਸੋਝੀ ਕਿਵੇਂ ਪਾਣੀ। ਸਾਡੇ ਵਰਗਾ ਤੇ ਕਹੇਗਾ ਡਰਾਈਵਰ ਥੋੜ੍ਹੀ ਗੱਡੀ ਤੇਜ਼ ਕਰ, ਅੱਗੇ ਪਿੰਡ ਆਉਂਦਾ ਅਤੇ ਕਿਧਰੋਂ ਫਟਾਫਟ ਲੈ ਕੇ ਪ੍ਰਸ਼ਾਦਾ ਤਿਆਰ ਕਰਕੇ ਛਕਾਈਏ, ਜਾਂ ਕਹਿ ਦਿਆਂਗੇ ਬਾਬਾ ਜੀ ਇਸ ਵਕਤ ਤੇ ਕੁਝ ਨਹੀਂ, ਥੋੜ੍ਹਾ ਚਿਰ ਉਡੀਕਣਾ ਪੈਣਾ ਹੈ। ਨਹੀਂ, ਇਹ ਪੂਰੇ ਕਦੇ ਜ਼ੁਬਾਨ ਤੋਂ ਨਾ ਕਰਨੀ ਨਹੀਂ ਜਾਣਦੇ। ਇੱਕ ਗੱਲ ਚੇਤਾ ਆਈ ਤਾਂ ਮੈਂ ਕਹਿ ਕੇ ਅੱਗੇ ਤੁਰਦਾ ਵਾਂ। ਉਹਨਾਂ ਮਹਾਤਮਾ ਦਾ ਅਸੀਂ ਨਾਂ ਨਹੀਂ ਲੈਣਾ ਚਾਹੁੰਦੇ। ਗੁਰੂ ਕੇ ਪਿਆਰੇ ਨੇ ਕੋਈ ਬਚਨ ਸੁਣਾਇਆ। ਕੋਈ ਮਹਾਤਮਾ ਸੀ, ਬਾਬਾ ਆਨੰਦ ਸਿੰਘ ਜੀ ਦੇ ਕੋਲ ਆ ਗਏ। ਉਹਨਾਂ ਦੇ ਅੰਦਰ ਨੇ ਬੜਾ ਸੀ ਵੀ ਕਮਾਈ ਕੀਤੀ ਵੀ ਕਰਾਮਾਤਾਂ ਦਿਖਾਣੀਆਂ। ਜਦੋਂ ਬੰਦਾ ਕਰਾਮਾਤਾਂ ਦਿਖਾਉਣ ਲੱਗ ਪਏ, ਧੰਨ ਗੁਰੂ ਨਾਨਕ ਸਾਹਿਬ ਜੀ ਦੇ ਰਾਹ ਤੋਂ ਭਟਕ ਗਿਆ। ਬਾਬਾ ਜੀ ਕੋਲ ਆ ਕੇ ਛੋਟੀ ਗੱਲ ਕਰੀਏ, ਬਾਬਾ ਆਨੰਦ ਸਿੰਘ ਜੀ ਹੋਰਾਂ ਨੇ ਬਹੁਤ ਸਤਿਕਾਰ ਕੀਤਾ, ਬਹੁਤ ਅਦਬ। ਕਹਿਣ ਲੱਗੇ ਜੀ ਆਓ, ਪਲੰਗ 'ਤੇ ਬਿਠਾਇਆ। ਆ ਬਾਬਾ ਜੀ ਥੱਲੇ ਬਹਿ ਗਏ। ਕਹਿਣ ਲੱਗੇ ਜੀ ਚਰਨ ਧੁਆਓ, ਲਿਆਓ ਪਾਣੀ। ਗਰਮ ਪਾਣੀ ਲਿਆਂਦਾ, ਉਹ ਸਾਧੂ ਚੁੱਪ ਕਰਕੇ ਬੈਠਾ ਉੱਪਰ। ਧੰਨ ਧੰਨ ਬਾਬਾ ਆਨੰਦ ਸਿੰਘ ਜੀ ਹੋਰਾਂ ਨੇ ਉਹਦੇ ਚਰਨ ਵੀ ਧੋਤੇ, ਤੌਲੀਏ ਨਾਲ ਸਾਫ਼ ਕੀਤੇ। ਪ੍ਰਸ਼ਾਦਾ ਛਕੋਗੇ ਜੀ? ਹਾਂ ਜ਼ਰੂਰ ਛਕਾਓ। ਨਿਮਾ ਨਿਮਾ ਹੱਸਣ। ਉੱਧਰੋਂ ਕਰਾਮਾਤਾਂ ਨਾਲ
ਜਿੰਨਾ ਪ੍ਰਸ਼ਾਦਾ ਸੀ ਅਸਥਾਨ 'ਤੇ ਆਉਂਦਾ ਉਹ ਸਾਰਾ ਮੁਕਾ ਦਿੱਤਾ। ਹੁਣ ਬਾਬਾ ਈਸ਼ਰ ਸਿੰਘ ਜੀ ਨੂੰ ਹੁਕਮ ਹੈ ਵੀ ਜਾਓ ਪ੍ਰਸ਼ਾਦਾ ਲਿਆਓ। ਕਿੰਨਾ ਸੁਚੇਤ ਹੋਣਾ ਪੈਂਦਾ ਹੋਏਗਾ, ਸੋਚੀਏ। ਬਾਬਾ ਈਸ਼ਰ ਸਿੰਘ ਜਾਂਦੇ ਨੇ, ਕਿਧਰੋਂ ਵੀ ਲੰਗਰ ਨਹੀਂ ਮਿਲਦਾ, ਵਾਪਸ ਆ ਕੇ ਫਿਰ ਖਲੋ ਗਏ ਸੇਵਾ 'ਚ। ਈਸ਼ਰ ਪ੍ਰਸ਼ਾਦਾ ਨਹੀਂ ਲਿਆਂਦਾ, ਜਾ ਲਿਆ। ਇਹ ਨਹੀਂ ਕਿਹਾ ਪ੍ਰਸ਼ਾਦਾ ਅੱਜ ਖਾਇਆ ਨਹੀਂ, ਨੰਨਾ ਸ਼ਬਦ ਹੀ ਨਹੀਂ ਖਾਏ। ਇੱਕ ਵਾਰ ਬਾਬਾ ਈਸ਼ਰ ਸਿੰਘ ਜੀ ਖੁਰਾਂ ਨੂੰ ਪੁੱਛਿਆ ਸੀ ਨਾ ਕਿਸੇ ਨੇ, ਅਣਜਾਣ ਨੇ, ਬਾਬਾ ਈਸ਼ਰ ਸਿੰਘ ਜੀ ਨਾਨਕਸਰ ਵਾਲਿਆਂ ਨੂੰ, ਵੀ ਤੁਹਾਡੇ 'ਤੇ ਕਿਰਪਾ ਬੜੀ ਹੈ ਪਰ ਦੁਨਿਆਈ ਵੀ ਪੜ੍ਹਾਈ ਕੋਈ ਪੜ੍ਹੀ ਜੇ ਕਿ ਨਹੀਂ ਪੜ੍ਹੀ? ਬਾਬਾ ਜੀ ਕਹਿੰਦੇ 3 ਜਮਾਤਾਂ ਪੜ੍ਹੇ ਹਾਂ ਵੀ ਅਸੀਂ। ਸਿੱਧਾ ਬੋਲਾ ਉਹਨਾਂ ਦਾ ਖੁੰਦਾ ਸੀ। ਕਹਿੰਦੇ 3 ਜਮਾਤਾਂ ਪੜ੍ਹੀਆਂ? ਹਾਂ। ਕਹਿੰਦੇ ਕਿਹੜੀਆਂ? ਕਹਿੰਦੇ 7 7 7 ਬਸ ਇਹ ਪੜ੍ਹੇ ਅਸੀਂ। ਵੀ ਜੋ ਵੀ ਬਚਨ ਸਤਿਗੁਰੂ ਜੀ ਕਰਨ, ਸਾਧੂ ਕਰੇ, ਉਹਨੂੰ ਮਨ ਕਰਕੇ, ਬਚਨ ਕਰਕੇ, ਕਰਮ ਕਰਕੇ ਸੱਤ ਹੀ ਮੰਨਣਾ ਹੈ। ਨਾ ਤੇ ਹੈ ਹੀ ਨਹੀਂ ਨਾ, ਤਾਂ ਹੀ ਜਿਦ ਜੀਵਨ 'ਚ ਨਾ ਨਹੀਂ, ਕੇਵਲ ਖਾਂ ਪਰਮੇਸ਼ਰ ਵੀ ਉਹਨਾਂ ਦੇ ਘਰ ਹੀ ਪ੍ਰਗਟ ਹੁੰਦੇ ਨੇ। ਸਾਡੇ ਕੋਲ ਤਾਂ ਨੰਨੇ ਬੜੇ ਨੇ, ਸਵੇਰੇ ਉੱਠੋ ਜੀ, ਉੱਠਿਆ ਨਹੀਂ ਜਾਂਦਾ, ਹੋ ਗਈ ਨਾ, ਨਿਤਨੇਮ ਇੰਨਾ ਕਰਨਾ ਚਾਹੀਦਾ। ਮੇਰੇ ਕੋਲ ਤਾਂ ਹੁੰਦਾ ਨਹੀਂ, ਪਹਿਲਾਂ ਹੀ ਨਾ ਇੰਨੀ ਬੰਦਗੀ ਕਰਨੀ ਚਾਹੀਦੀ ਏ। ਸਾਡੇ ਭਾਗਾਂ 'ਚ ਕਿੱਥੇ ਪਹਿਲਾਂ ਹੀ ਨਾ, ਤੇ ਫਿਰ ਹੋਣੀ ਠੀਕ ਹੈ। ਇਹ ਲੋਕ ਜਿਹੜੇ ਪੂਰਨ ਪੁਰਸ਼ ਬਣਦੇ ਨੇ, ਸਾਡੇ ਭਲੇ ਲਈ ਆਉਂਦੇ ਨੇ, ਖੇਡ ਰਚਾਉਂਦੇ, ਇਹਨਾਂ ਤੋਂ ਪਤਾ ਲੱਗਦਾ ਵੀ ਕਹਾਣੀਆਂ ਕੀ ਨੇ। 7 ਬਚਨ 3 ਵਾਰੀ ਗਏ ਸਨ, ਅਤੇ 3 ਵਾਰੀ ਜਾਣ ਤੋਂ ਬਾਅਦ ਵੀ ਜਦੋਂ ਆ ਕੇ ਖਲੋ ਜਾਂਦੇ, ਨਾ ਨਹੀਂ ਕਿ ਬਾਬਾ ਆਨੰਦ ਸਿੰਘ ਜੀ ਖੁਰੀ ਮੌਕਾ ਦੇ ਰਹੇ ਸਨ, ਸਾਧੂ ਸ਼ਾਇਦ ਸਮਝ ਜਾਵੇ, ਆਪਣਾ ਆਪ ਗਵਾ ਰਿਹਾ ਸੀ। ਕਹਿਣ ਲੱਗੇ ਜਾਓ, ਮਹਾਰਾਜ ਧੰਨ ਗੁਰੂ ਗ੍ਰੰਥ ਸਾਹਿਬ ਜੀ, ਧੰਨ ਗੁਰੂ ਨਾਨਕ ਸਾਹਿਬ ਆਪ ਨੇ ਪੂਰੇ, ਅਰਦਾਸ ਕਰੋ ਅਤੇ ਥਾਲ ਪਿਆ ਹੋਏਗਾ, ਪ੍ਰਸ਼ਾਦਾ ਚੁੱਕ ਕੇ ਲੈ ਆਓ। ਅਰਦਾਸ ਸ਼ੁਰੂ ਕੀਤੀ, ਥਾਲ ਨਹੀਂ ਸੀ, ਅਰਦਾਸ ਮੁੱਕੀ ਅਤੇ ਥਾਲ ਪਿਆ ਸੀ। ਆਏ, ਜਦੋਂ ਪ੍ਰਸ਼ਾਦੇ ਦੀ ਬੁਰਕੀ ਪਵਾਈ, ਉਦੋਂ ਹੀ ਉਸ ਮਹਾਤਮਾ ਦੀ ਜਿੰਨੀ ਕਮਾਈ ਕੀਤੀ ਸੀ ਸਭ ਜ਼ੀਰੋ ਹੋ ਗਏ। ਫਿਰ ਭੁੱਬਾਂ ਮਾਰੇ, ਰੋਵੇ ਕਲਪੇ, ਮੈਨੂੰ ਬਖਸ਼ੋ। ਬਾਬਾ ਜੀ ਕਹਿੰਦੇ ਬਖਸ਼ਣ ਵਾਲੀ ਗੱਲ ਨਹੀਂ, ਅਸੀਂ ਕੌਣ ਇੰਨੇ ਹਾਂ? ਤੁਸੀਂ ਧੰਨ ਗੁਰੂ ਨਾਨਕ ਸਾਹਿਬ ਜੀ ਨਾਲ ਮੱਥਾ ਲਾਇਆ, ਉਹਨਾਂ ਦਾ ਲੰਗਰ ਮੁਕਾਇਆ, ਉਹ ਜਾਣਨ ਅਤੇ ਤੁਸੀਂ ਜਾਣੋ। ਜ਼ਿੰਦਗੀ ਪਾਰੋਂ ਰੋਂਦੇ ਪਛਤਾਉਂਦੇ ਰਹੇ। ਮੈਂ ਗੱਲ ਕਰ ਰਿਹਾ ਸਾਂ, ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਖੁਰਾ ਨੇ ਕੇਵਲ ਅੱਗੋਂ 7 ਹੀ ਕਿਹਾ ਹੈ, ਨਾ ਨਹੀਂ ਕਿਧਰੇ ਵੀ ਕਹੀ। ਕੁਛ ਵੀ ਖੋਣਾ ਹੈ, ਅੰਤਾਂ ਦੀ ਕਰੜੀ ਕਾਲਣਾ ਖੈ। ਕਿਧਰੇ ਅੱਧੀ ਰਾਤ ਨੂੰ ਇਸ਼ਨਾਨ ਕਰਾਉਣੇ, ਬਰਸਾਤ ਆ ਜਾਣੀ, ਬਾਬਾ ਜੀ ਨੂੰ ਖੁਰਨ ਭਗਤੀ 'ਚੋਂ ਨਾ ਉਠਾਉਣਾ, ਗੜੇ ਆ ਗਏ, ਆਪ ਉੱਤੇ ਹੋ ਗਏ ਕੋਡੇ, ਗੜੇ ਆਪਣੇ 'ਤੇ ਪਵਾ ਲਏ। ਪਰ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਖੁਰਾ ਨੇ ਇੱਕ ਵੀ ਗੜੇ ਦੀ ਮਾਰ ਨਾ ਪੈਣ ਦਿੱਤੀ। ਮੈਨੂੰ ਤਾਂ ਸਭ ਤੋਂ ਵੱਧ ਉਹਨਾਂ ਦੇ ਬਚਨ, ਤਾਂ ਹਰ ਬਚਨ ਦਾ ਕੋਈ ਮੁੱਲ ਨਹੀਂ, ਪਰ ਉਹ ਪਾਠ, ਉਹ ਹਿੱਸਾ ਜ਼ਿੰਦਗੀ ਦਾ, ਜਦੋਂ ਬਾਬਾ ਈਸ਼ਰ ਸਿੰਘ ਜੀ, ਬਾਬਾ ਆਨੰਦ ਸਿੰਘ ਮਹਾਰਾਜ ਜੀ ਦੀ ਸੇਵਾ ਵਿੱਚ ਨੇ ਨਾ, ਉਹਨਾਂ ਨੂੰ ਪੜ੍ਹ ਕੇ ਕੰਬ ਜਾਂਦੇ ਹਾਂ ਵੀ ਹੱਦ ਹੋ ਗਈ, ਕਿਵੇਂ ਇੰਨਾ ਕੁਛ ਹੋ ਸਕਦਾ ਹੈ। ਪਰ ਫਿਰ ਉਹਨਾਂ ਦੇ ਬਚਨ ਚੇਤਾ ਹੁੰਦੇ ਨੇ। ਸਾਧੂ ਐਖੋ ਜੀ ਸੇਵਾ ਹਰ ਕਿਸੇ ਨੂੰ ਤਾਂ ਨਹੀਂ ਨਾ ਦਿੰਦਾ, ਦਿੰਦੇ ਉਹਨਾਂ ਨੂੰ ਜਿਨ੍ਹਾਂ ਨੂੰ ਉਹਨਾਂ ਨੇ ਪਹਿਲਾਂ ਕਮਾਈਆਂ ਕਰਵਾਈਆਂ ਹੁੰਦੀਆਂ, ਅਤੇ ਸੋਝੀ ਵੀ ਆਪ ਹੀ ਪਾਈ ਹੁੰਦੀ ਹੈ। ਉਹਨਾਂ ਦੀ ਆਪਣੀ ਖਿੱਚ ਹੁੰਦੀ ਹੈ। ਬਾਅਦ 'ਚ ਪਤਾ ਲੱਗਦਾ ਨਾ, ਮੇਰੀ ਨਹੀਂ, ਇਹ ਸਾਰਾ ਕੁਝ ਉੱਧਰੋਂ ਹੀ ਖੋ ਰਿਹਾ ਸੀ। ਫੁਰਨਾ ਪਾਣਾ ਵੀ ਆਪੇ, ਹਟਾਉਣਾ ਵੀ ਆਪੇ। ਪਰ ਸਦਕੇ ਜਾਈਏ, ਜਿੰਨੀ ਵੀ ਘਾਲਣਾ ਕੀਤੀ, ਕਰੋੜਾਂ ਵਾਰੀ ਨਮਸਕਾਰ ਹੈ। ਸਦਾ ਹੀ ਨਮਸਕਾਰ ਉਹਨਾਂ ਦੇ ਚਰਨਾਂ ਵਿੱਚ ਰਹਿੰਦੀ ਹੈ। ਕਦੇ ਵੀ ਉਹਨਾਂ ਦੇ ਚਰਨਾਂ ਤੋਂ, ਉਹਨਾਂ ਦੀ ਖਜੂਰੀ ਤੋਂ ਸਤਿਗੁਰੂ ਜੀ ਨੇ ਵੱਖ ਨਹੀਂ ਕੀਤਾ, ਨਾ ਕਦੇ ਕਰਨ। ਮੈਂ ਬੇਨਤੀ ਕਰ ਰਿਹਾ ਸਾਂ, 1943 ਤੋਂ 50 ਤੱਕ ਬਾਬਾ ਜੀ ਖੁਰਾਂ ਨੂੰ ਇੱਥੇ ਨਹੀਂ ਆਉਣ ਦਿੱਤਾ ਗਿਆ। ਬਾਬਾ ਜੀ ਕੁਝ ਸਮਾਂ ਦੇਹਰਾਦੂਨ ਰਹੇ, ਫਿਰ ਝੋਰੜਾਂ ਰਹੇ, ਫਿਰ ਸੰਗਤ ਨੇ ਬੇਨਤੀ ਕੀਤੀ, ਸੰਗਤ ਬੇਨਤੀ ਕਰਕੇ ਫਿਰ ਇੱਥੇ ਨਾਨਕਸਰ ਅਸਥਾਨ ਜਿੱਥੇ ਖੋਣ, ਇੱਥੇ ਲੈ ਕੇ ਆਉਂਦੇ ਨੇ। ਉਦੋਂ ਵੀ ਸੌਖੇ ਨਹੀਂ ਆਏ, ਮੁਸ਼ਕਿਲਾਂ ਵੀ ਆਈਆਂ, ਪਰ ਹੁਣ ਹੁਕਮ ਹੋ ਗਿਆ ਸੀ। ਆਉਂਦਿਆਂ ਸਾਹ ਜਿਹੜਾ ਹੁਕਮ ਕੀਤਾ ਪਹਿਲਾਂ ਸਰੋਵਰ ਬਣਾਉਣ ਦਾ, ਜੀ ਹੁਕਮ ਹੋ ਗਿਆ ਸਰੋਵਰ ਬਣਾਓ।
ਜਦੋਂ ਬੁਲਾਏ ਬੰਦੇ ਸਾਰੇ, ਉਹਨਾਂ ਨੂੰ ਦੱਸਿਆ ਪੂਰਨਮਾਸ਼ੀ ਸੀ। ਕਹਿੰਦੇ ਅਗਲੀ ਪੂਰਨਮਾਸ਼ੀ 'ਤੇ ਸਰੋਵਰ ਵਿੱਚ ਸੰਗਤਾਂ ਦਾ ਇਸ਼ਨਾਨ ਕਰਾਉਣਾ। ਸਾਰੇ ਮਿਸਤਰੀ ਕਾਰੀਗਰ ਸਿਆਣੇ ਕਹਿੰਦੇ ਬਾਬਾ ਜੀ ਸਾਲ 2 ਸਾਲ ਸਮਾਂ ਲੱਗ ਜਾਂਦਾ, ਇੰਨੀ ਛੇਤੀ ਨਹੀਂ। ਹੱਸ ਕੇ ਕਹਿਣ ਲੱਗੇ ਜਿਨ੍ਹਾਂ ਨੇ ਹੁਕਮ ਕੀਤਾ ਸਰੋਵਰ ਦਾ, ਉਹਨਾਂ ਸਮਾਂ ਵੀ ਨਾਲ ਹੀ ਦੱਸ ਦਿੱਤਾ ਵੀ ਇੰਨੇ ਸਮੇਂ 'ਚ ਤਿਆਰ ਹੋਣਾ ਚਾਹੀਦਾ ਹੈ। ਤੁਹਾਨੂੰ ਕੀ ਦਸੀਏ, ਜਿਹੜਾ ਹੁਕਮ ਕਰਦਾ ਹੈ ਉਹ ਮਨਾ ਲੈਂਦਾ ਹੈ। ਤੁਸੀਂ ਇਹ ਸ਼ੁਰੂ ਕਰੋ, 28 ਦਿਨਾਂ 'ਚ ਸਰੋਵਰ ਤਿਆਰ ਕਰਾ ਕੇ ਅਗਲੀ ਪੂਰਨਮਾਸ਼ੀ 'ਚ ਪਹਿਲਾਂ ਆਪ ਇਸ਼ਨਾਨ ਕਰਕੇ ਫਿਰ ਸੰਗਤਾਂ ਨੂੰ ਕਰਵਾ ਦਿੱਤੇ ਨੇ। ਫਿਰ ਅਸਥਾਨ ਬਣਾਉਣਾ ਸੀ ਠਾਠ, ਉਹਦੇ 'ਤੇ ਵੀ ਇਸੇ ਤਰ੍ਹਾਂ ਹੀ ਕਿ ਹੁਕਮ ਸੀ ਨਾ ਵੀ ਮਾਇਆ ਕਿਸੇ ਤੋਂ ਮੰਗਣੀ ਨਹੀਂ ਹੈ, ਆਪੇ ਜਿਨ੍ਹਾਂ ਦਾ ਭਲਾ ਕਰਨਾ। ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਆਪ ਸੰਗਤਾਂ ਨੂੰ ਭੇਜਣਗੇ। ਪਤਾ ਨਹੀਂ ਲੱਗਦਾ ਕਿੱਧਰੋਂ ਮਾਇਆ, ਕਿੱਧਰੋਂ ਸੇਵਾਦਾਰ, ਕਿੱਧਰੋਂ ਇੱਟਾਂ ਸੀਮਟ ਕਿੱਧਰੋਂ ਆ ਰਿਹਾ। ਕਿਉਂਕਿ ਜਿਨ ਕੇ ਜੀ ਜਿਸ ਕੇ ਜੀ ਤਿਨਹਿ ਫੇਰੇ, ਆਪੇ ਪਿਆ ਸਹਾਈ। ਮਹਾਰਾਜ ਜੀ ਦਾ ਬਚਨ ਹੈ ਨਾ, ਜੋ ਜੋ ਕੈ ਠਾਕੁਰ ਪੈ ਸੇਵਕ, ਤਤ ਕਾਲ ਹੋਏ ਜਾਵੇ। ਪਿਆਰਿਓ ਵੱਡਿਆਂ ਦੀਆਂ ਬਾਤਾਂ ਕੀ ਕਾਨ, ਨਿਰੰਕਾਰ ਹੁਕਮ ਕਰਦਾ, ਸਾਧੂ ਦੀ ਰਸਨਾ 'ਤੇ ਉਹ ਆਪ ਹੀ ਬੈਠਾ ਹੁੰਦਾ। ਉਹਦੀ ਆਪਣੀ ਕੁਦਰਤ ਵਰਤ ਜਾਂਦੀ। ਸਾਰੀ 6 ਮਹੀਨਿਆਂ ਦੇ ਅੰਦਰ 7 ਮੰਜ਼ਲਾਂ ਅਸਥਾਨ ਵੀ ਬਣ ਜਾਂਦਾ। ਇੱਕ ਵਾਰੀ ਨਾ ਸਰਦਾਰ ਬਲਬੀਰ ਸਿੰਘ ਜੀ ਪ੍ਰਿੰਸੀਪਲ ਸਾਹਿਬ, ਜਿਨ੍ਹਾਂ ਨੇ ਮਹਾਰਾਜ ਜੀ ਨੇ ਕਿਰਪਾ ਕਰਕੇ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਦੀ, ਬਾਬਾ ਈਸ਼ਰ ਸਿੰਘ ਜੀ ਨਾਨਕਸਰ ਵਾਲਿਆਂ ਦੀ ਸੰਗਤ ਵੀ ਬਖਸ਼ੀ, ਉਹਨਾਂ ਦੇ ਪਿਤਾ ਨੂੰ ਵੀ, ਸਹੁਰੇ ਨੂੰ ਵੀ, ਆਪ ਨੂੰ ਵੀ, ਉਹਨਾਂ ਨੇ ਵੀ ਪਰਉਪਕਾਰ ਕੀਤਾ ਹੈ। ਪਰਉਪਕਾਰ ਕੀਤਾ, 4 ਕਿਤਾਬਾਂ ਲਿਖੀਆਂ, YouTube 'ਤੇ ਇੰਟਰਨੈਟ 'ਤੇ ਉਚੇਚੇ ਉਹਨਾਂ ਨੇ ਬਚਨ ਪਿਆਰ ਨਾਲ ਪਾਏ। ਅਤੇ ਕਮਾਲ ਕਹਿ ਪਈ ਕਿਸੇ ਵੀ ਬਚਨ ਨੂੰ ਵਧਾ ਘਟਾ ਕੇ ਨਹੀਂ ਉਹ ਦੱਸਦੇ, ਲੋੜ ਹੀ ਨਹੀਂ ਹੈ ਪੂਰਿਆਂ ਦੀ ਵਧਾਉਣ ਘਟਾਉਣ ਦੀ ਕੀ ਲੋੜ। ਜੋ ਕੁਝ ਉਹਨਾਂ ਦੇ ਜੀਵਨ ਵਿੱਚ ਵਾਪਰਿਆ, ਅੱਖੀਂ ਵੇਖਿਆ, ਉਹਨਾਂ ਨੇ ਉਸੇ ਤਰ੍ਹਾਂ ਬਿਆਨ ਕੀਤਾ। ਸੋਚਦੇ ਸਾਂ ਵੀ ਜਿੰਨਿਆਂ ਨੇ ਸੰਗਤ ਕੀਤੀ ਪੂਰਿਆਂ ਦੀ, ਉਹਨਾਂ ਨੇ ਜਿੰਨੇ ਸਾਲ ਕੀਤੀ, ਇਕੱਲੇ ਦੇ ਕੋਲੋਂ ਜੇ ਸਾਖੀਆਂ ਸੁਣੋਗੇ ਨਾ, ਅਤੇ ਕਈ ਕਿਤਾਬਾਂ ਇਕੱਲੇ ਕੋਲੋਂ ਲਿਖੀਆਂ ਜਾਣੀਆਂ ਨੇ। ਅਸੀਂ ਹੁਣ ਵੀ ਵੇਖਦੇ ਹਾਂ ਕਲਾ ਵਰਤਦੀ, ਜਦੋਂ ਪੂਰਿਆਂ ਦੀ ਸੰਗਤ ਵਿੱਚ ਹਰ ਬੰਦੇ ਦੇ ਸਾਹਮਣੇ ਅਨੇਕਾਂ ਕੌਤੁਕ ਹੁੰਦੇ ਨੇ, ਪਰ ਚੰਗਾ ਲੱਗਦਾ ਜਿਹਦੇ ਨਾਲ ਵਾਪਰੇ ਹੋਣ, ਉਹ ਚਾਹੁੰਦਾ ਉਹਨਾਂ ਨੂੰ ਬਿਆਨ ਕਰਾਂ, ਕਿਉਂਕਿ ਉਹਨੂੰ ਭਰੋਸਾ ਹੁੰਦਾ ਵੀ ਬਚਨ ਤੇ ਮੈਂ ਆਪਣੇ ਖੱਡੀ ਹੰਢਾਏ ਨੇ ਅਤੇ ਅੱਖਾਂ ਨਾਲ ਵੇਖੇ ਨੇ। ਸੋ ਇਸ ਕਰਕੇ ਆਪਾਂ ਅੱਜ ਕੁਝ ਬਚਨ 2 ਹਸਤੀਆਂ ਦੇ ਹੁਣ ਥੋੜ੍ਹੇ ਜਿਹੇ ਸਾਹਮਣੇ ਲਿਆਈਏ। ਸਤਿਕਾਰਯੋਗ ਗਿਆਨੀ ਪ੍ਰੀਤਮ ਸਿੰਘ ਜੀ ਮਸਤਾਨਾ, ਉਹਨਾਂ ਨੇ ਬਹੁਤ ਸੋਹਣੀ ਪੁਸਤਕ ਲਿਖੀ। ਜਿੰਨੇ ਵੀ ਲਿਖਿਆ ਭਾਈ ਭਲਾ ਹੈ, ਹਰ ਕਿਸੇ ਦੀ ਸ਼ਰਧਾ ਪਿਆਰ ਕਈ ਵਾਰ ਹੁੰਦਾ ਹੈ ਸਾਡੀ ਕੌਮੇ ਜਾਗ ਪੈਂਦੀ। ਅਸੀਂ ਆਪਣੀ ਕੋਲੋਂ ਕੁਛ ਵਿਆਖਿਆਵਾਂ ਸਮਝਦੇ ਤੇਵਾਂ ਪੇਨਾ, ਇਹਨਾਂ ਗੱਲਾਂ ਦੀ ਪ੍ਰੋੜਤਾ ਨਾਲ ਅਸੀਂ ਸਾਧੂ ਨੂੰ ਹੋਰ ਚੰਗੀ ਤਰ੍ਹਾਂ ਬਿਆਨ ਕਰਾਂਗੇ, ਉਹ ਕਈ ਵਾਰ ਉਸਤਤ ਦੀ ਜਗ੍ਹਾ 'ਤੇ ਨਿੰਦਾ ਬਣ ਜਾਂਦੀ। ਜੇ ਨਿੰਦਾ ਨਾ ਵੀ ਬਣੇ ਤਾਂ ਪਿਆਰ ਇੱਕ ਤਰ੍ਹਾਂ ਦਾ ਉਹਦੇ 'ਚ ਫਿੱਕਾਪਨ ਆ ਜਾਂਦਾ ਹੈ। ਜੋ ਅੱਖੀਂ ਵੇਖਿਆ ਜੋ ਹੈ ਉਹ ਸੱਚ ਉਸੇ ਤਰ੍ਹਾਂ ਦੱਸਾਂਗੇ, ਉਹ ਜ਼ਿਆਦਾ ਪ੍ਰਵਾਨ ਹੋਏਗਾ। ਨਾਲੇ ਅਸੀਂ ਦੂਸਰੇ ਨੂੰ ਦੱਸਣ ਲਈ ਨਹੀਂ, ਸਾਡੀ ਕੋਸ਼ਿਸ਼ ਚਾਹੀਦੀ ਹੈ ਆਪਣੇ ਆਪ ਨੂੰ ਦੱਸਣ ਲਈ, ਤਾਂ ਕਿ ਉਹਦੇ ਤੋਂ ਲਾਭ ਲਿਆ ਜਾਵੇ। ਗੱਲ ਕਰ ਰਹੇ ਸਾਂ, ਸਰਦਾਰ ਬਲਬੀਰ ਸਿੰਘ ਖੁਰਾਨ ਕਹਿੰਦੇ ਸਾਡੇ ਸਾਹਮਣੇ ਕੁਝ ਸਾਧੂ 5-4 ਆਏ ਭਗਵੇਂ ਕੱਪੜਿਆਂ ਵਾਲੇ, ਆ ਕੇ ਇੱਕ ਦਿਨ ਕਹਿਣ ਲੱਗੇ ਧੰਨ ਬਾਬਾ ਆਨੰਦ ਸਿੰਘ ਜੀ ਖੁਰਾਨ ਨੂੰ, ਜੀ ਤੁਸੀਂ ਕੋਈ ਆਪਣੇ ਵਰਗਾ ਵੀ ਸਾਧੂ ਬਣਾਇਆ ਹੈ ਕਿ ਨਹੀਂ। ਹੁਣ ਇਹਦੇ 'ਚ ਸਿਫਤ ਵੀ ਹੈ ਅਤੇ ਸ਼ੱਕ ਵੀ ਹੈ। ਕਹਿੰਦੇ ਸਾਡੇ ਸਾਹਮਣੇ ਵੱਡੇ ਬਾਬਾ ਜੀ ਕਹਿਣ ਲੱਗੇ, ਜੀ ਆਪਣੇ ਵਰਗਾ ਬਣਾਇਆ ਅਤੇ ਕੀ ਬਣਾਇਆ ਭਾਈ, ਆਪਣੇ ਤੋਂ ਵੱਡਾ ਬਣਾਵਾਂਗੇ ਅਤੇ ਬਣਾਇਆ ਹੈ। ਜਿਹਨੇ ਉਹਨਾਂ ਦੀ ਤੇ ਨਿਮਰਤਾ ਗਰੀਬੀ ਹੈ ਨਾ, ਜਿਹੜਾ ਸ਼ਬਦ ਵਰਤਨੇ ਵੀ ਸਾਡੇ ਵਰਗੇ ਕਈ ਬਣਾ ਦੇਣਗੇ, ਪਰ ਆਪਾਂ ਨੂੰ ਨਹੀਂ ਇਹ ਸ਼ਬਦ ਸ਼ੋਭਦੇ, ਉਹਨਾਂ ਦੀ ਰਚਨਾ ਤੋਂ ਹੀ ਸ਼ੋਭਦੇ ਨੇ।
ਕਿਉਂਕਿ ਕਈ ਨਹੀਂ ਬਣ ਸਕਦੇ। ਸੋਚੋ ਜਰਾ, ਕਈ ਨਹੀਂ ਬਣ ਸਕਦੇ। ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਵਰਗੇ, ਨਾਨਕਸਰ ਵਾਲਿਆਂ ਵਰਗੇ, ਬਾਬਾ ਆਨੰਦ ਸਿੰਘ ਜੀ ਵਰਗੇ, ਬਾਬਾ ਮਾਰ ਰਾਮ ਸਿੰਘ ਜੀ ਪੁੱਛੋ ਮੰਡੀ ਵਾਲਿਆਂ ਵਰਗੇ ਪਿਆਰਿਓ ਅਨੇਕਾਂ ਨਹੀਂ ਹੁੰਦੇ। ਦਰਗਾਹ 'ਚੋਂ ਇੱਕ ਪੂਰਨ ਮਹਾਂਪੁਰਸ਼ ਦੀ ਡਿਊਟੀ ਲੱਗਦੀ ਏ। ਅਸੀਂ ਖਰੇ ਕਿੱਦਾਂ ਕਹਿ ਲੈਂਦੇ ਹਾਂ। ਹਾਂ, ਇਸ ਜਿੰਨੀ ਕੁ ਮਹਾਰਾਜ ਨੇ ਕਿਸੇ ਨੂੰ ਸੋਝੀ ਪਾਉਂਦੀ ਉਸੇ ਤਰ੍ਹਾਂ ਕਹਿ ਲੈਂਦੇ ਨੇ। ਇਹ ਪੂਰੇ ਜਾਣਦੇ ਨੇ ਵੀ ਪੂਰਿਆਂ ਨੇ ਕਿਹਨੂੰ ਕਿਹਨੂੰ ਬਖਸ਼ਣਾ ਹੈ। ਸਾਡਾ ਤਾਂ ਇੰਨਾ ਹੀ ਬਸ ਅਰਦਾਸ ਨੇ ਅਸੀਂ ਬਖਸ਼ੇ ਜਾਈਏ ਅਤੇ ਹੋਰ ਆਲਾ ਦੁਆਲਾ ਲੱਖਾਂ ਰੂਹਾਂ ਬਖਸ਼ੀਆਂ ਜਾਣ, ਉਹਦੇ ਘਰ ਪ੍ਰਵਾਨ ਖੋ ਜਾਣ, ਮਿਹਨਤਾਂ ਕਰਨ, ਜਨਮ ਮਰਨ ਦੇ ਗੇੜ 'ਚੋਂ ਨਿਕਲਣ। ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਖੁਰਾਂ ਦੀ ਗੁਰੂ ਕੇ ਪਿਆਰਿਓ ਜਿਹੜੇ ਬਚਨ ਸੀ ਰਸਨਾ ਤੋਂ ਨਿਕਲੇ, ਉਹ ਬਿਲਕੁਲ ਉਹਨਾਂ ਦੇ ਬਚਨ ਸਾਨ ਹੁਣ 19 ਏ ਫਿਰ 21 ਹੋਏਗਾ। ਮਤਲਬ ਸੀ ਵੀ ਕਮਾਈਆਂ ਹੋਰ ਵੱਡੀਆਂ ਹੋਣਗੀਆਂ ਜਿਹੜਾ ਸਾਡੇ ਤੋਂ ਬਾਅਦ ਇਹ ਸੇਵਾ ਕਰੇਗਾ। ਅਤੇ ਕੋਈ ਸ਼ੱਕ ਨਹੀਂ ਹੈ, ਸਾਰੀਆਂ ਸੰਗਤਾਂ ਨੇ ਅੱਖੀਂ ਵੇਖਿਆ। ਜੀ ਕੋਈ ਟਿਕਾਣਾ ਵੀ ਬਣਾਓਗੇ ਕਿ ਨਹੀਂ ਬਣਾਇਆ? ਕਹਿਣ ਲੱਗੇ ਅਸੀਂ ਨਹੀਂ, ਸਾਡੇ ਤੋਂ ਬਾਅਦ ਟਿਕਾਣਾ ਬਣੇਗਾ, ਮੀਲਾਂ ਤੋਂ ਦਰਸ਼ਨ ਹੋਇਆ ਕਰਨਗੇ। ਗੁਰੂ ਕੇ ਪਿਆਰਿਓ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਅਤੇ ਮਹਾਂਪੁਰਖਾਂ ਦੀਆਂ ਮਹਿਮਾ ਜਦੋਂ ਕਰਨ ਲੱਗੀਏ ਅਤੇ ਇੰਨਾ ਵਿਸ਼ਾਲ ਗਿਆਨ ਅਤੇ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਜਿਨ੍ਹਾਂ ਦਾ ਕੋਈ ਅੰਤ ਨਹੀਂ ਹੈ। 2 4 10 ਸਾਂਝੀਆਂ ਕਰਦੇ ਹਾਂ ਪਿਆਰਿਓ। ਧੰਨ ਧੰਨ ਬਾਬਾ ਈਸ਼ਰ ਸਿੰਘ ਜੀ 1950 ਤੋਂ 1963 ਤੱਕ 13 ਸਾਲ ਨੇ ਉਹਨਾਂ ਕੋਲ। ਜਦੋਂ ਸੇਵਾ ਸ਼ੁਰੂ ਕੀਤੀ ਹੈ ਤਾਂ ਕਿੱਡੇ ਕਿੱਡੇ ਵੱਡੇ ਬਚਨ ਜਿਹੜੇ ਸਹਿਜ, ਜਿਹੜੇ ਦੀਵਾਨਾਂ ਵਿੱਚ ਕਰਨੇ ਬਚਨ ਉਹ ਵੱਖਰੇ, ਦੀਵਾਨਾਂ ਤੋਂ ਇਲਾਵਾ ਕਰਨੇ ਵੱਖਰੇ। ਇੱਕ ਚੇਤਾ ਰੱਖਣਾ, ਸਾਧੂ ਦੀਵਾਨ ਵਿੱਚ ਬਚਨ ਕਰੇ, ਸੜਕ 'ਤੇ ਤੁਰੇ ਜਾਂਦਿਆਂ ਕਰੇ, ਤੁਹਾਡੇ ਵੱਲ ਉਚੇਚਾ ਵੇਖ ਕੇ ਕਰੇ ਜਾਂ ਹੱਸਦਿਆਂ ਕਰੇ, ਹਰ ਬਚਨ ਦੇ ਵਿੱਚ ਉਹਦੀ ਓਨੀ ਬਖਸ਼ਿਸ਼ ਛਿਪੀ ਹੁੰਦੀ ਹੈ ਜਿੰਨਾ ਉਚੇਚਾ ਅਸੀਂ ਮੰਗਦੇ ਉਸ ਤੋਂ ਵੀ ਕਈ ਗੁਣਾ ਵੱਡੀ। ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਬਾਰੇ ਇਹ ਨਾ ਵੀ ਜਟਕੀ ਬੋਲੀ 'ਚ ਗੱਲ ਕਰਨੀ ਅਤੇ ਕਈ ਵਾਰ ਵੱਡਿਆਂ ਅਤੇ ਛੋਟਿਆਂ ਦੀਆਂ ਕੁਸ਼ਤੀਆਂ ਕਰਾਉਣੀਆਂ। ਨਵੇਂ ਜਗਿਆਸੂ ਨੇ ਡਰ ਜਾਣਾ ਵੀ ਇੱਕ ਪਾਸੇ ਠੱਟੇ ਕੱਟੇ ਸਰੀਰ, ਇੱਕ ਪਾਸੇ ਮਾੜੇ ਜੇ, ਇੱਕ ਪਾਸੇ ਬੁੱਢੇ, ਇੱਕ ਪਾਸੇ ਜਵਾਨ ਬੱਚੇ ਘੁਲ ਰਹੇ ਨੇ। ਇਹ ਜਿਵੇਂ ਕਿਧਰੇ ਇੱਕ ਦੂਜੇ ਨੂੰ ਐਨ ਬੁਰੀ ਤਰ੍ਹਾਂ ਮਾਰਨਾ, ਪਰ ਲਹੂ ਨਾ ਕਿਸੇ ਨੂੰ ਵਗਣਾ ਵੀ ਕਿਧਰੇ ਹੋਰ ਹੀ ਨਾ ਲੜਾਈਆਂ ਹੋ ਜਾਣ। ਪਰ ਨਹੀਂ, ਬਾਬਾ ਜੀ ਨੇ ਹੱਸੀ ਜਾਣਾ ਅਤੇ ਕੁਸ਼ਤੀਆਂ ਕਰਾਂਦੀ ਹੱਸਦਿਆਂ ਹੱਸਦਿਆਂ ਅਗਲਿਆਂ ਦੀਆਂ ਝੋਲੀਆਂ ਭਰ ਜਾਣੀਆਂ। ਇੱਕ ਵਾਰੀ ਦਾ ਜ਼ਿਕਰ ਕਰਦੇ ਨੇ ਸਿਆਣੇ, ਕਹਿੰਦੇ ਇੱਕ ਬਹੁਤ 2 ਸਰੀਰ ਗੁਰੂ ਕੇ ਪਿਆਰੇ, ਉਹ ਚੰਗੇ ਮੋਟੇ ਤਕੜੇ, ਦੂਜਾ ਕਮਜ਼ੋਰ, ਦੋਨਾਂ ਦੀ ਖੂਬ ਕੁਸ਼ਤੀ ਕਰਾਈ। ਕਰਾ ਕੇ ਚੰਗਾ ਜ਼ੋਰ ਲਵਾ ਕੇ ਕਹਿੰਦੇ ਬਸ ਕਰੋ ਆਪ ਹੱਸੀ ਜਾਣ। ਦੋਨਾਂ ਨੇ ਚਰਨਾਂ 'ਚ ਮੱਥਾ ਟੇਕਿਆ ਅਤੇ ਮੱਥਾ ਟੇਕ ਕੇ ਨਾ ਉਹਨਾਂ ਦੇ ਭਾਵਨਾ ਕੀ ਸੀ, ਬਾਬਾ ਜੀ ਕੋਲ ਜਿਹੜਾ ਗੰਡਾਸਾ ਜਿਹਾ ਪਕੜਿਆ ਹੁੰਦਾ ਸੀ ਉਹਨਾਂ ਨੂੰ ਛੋਹਿਆ, ਦੋਨੋਂ ਚਰਨਾਂ ਨੂੰ ਪਕੜ ਕੇ ਕਹਿੰਦੇ ਜੀ ਇੱਕ ਹੋਰ। ਉਹ ਛੋਹਣਾ ਉਹ ਜਾਣਦੇ ਨੇ ਇਹ ਡਾਂਗ ਦਾ ਅਗਲਾ ਖੀਸਾ, ਗੰਡਾਸੇ ਦਾ ਅਗਲਾ ਖੀਸਾ, ਪਰ ਟਕੂਏ ਦਾ ਅਗਲਾ ਖੀਸਾ ਨਹੀਂ, ਇਹਦੇ ਵਿੱਚ ਹੀ ਤਾਂ ਸਾਰੀ ਉਹ ਰਹਿਮਤ ਹੈ। ਉਹਨਾਂ ਨੇ 3 4 ਵਾਰੀ ਮੰਗਿਆ, ਉਹ ਮਾਰ ਹੀ ਗਏ। ਕਹਿਣ ਲੱਗੇ ਬਸ ਹੁਣ ਬਹੁਤ ਹੈ, ਫਿਰ ਖੁਸ਼ੀ ਨਾਲ ਉਠਾਇਆ। ਉਹਨਾਂ ਦੇ ਹਰ ਬਚਨ ਵਿੱਚ ਰਮਜ ਹੈ ਨਾ। ਇੱਕ ਦਿਨ ਕਹਿਣ ਲੱਗੇ, ਇਹ ਸਰਦਾਰ ਬਲਵੀਰ ਸਿੰਘ ਹੋਰਾਂ ਨੇ ਆਪਣੇ ਘਰ ਦੀ ਇੱਕ ਗੱਲ ਸਾਂਝੀ ਕੀਤੀ, ਉਹ ਤੁਹਾਡੇ ਨਾਲ ਕਰਦੇ ਹਾਂ। ਉਹ ਕਹਿੰਦੇ ਇੱਕ ਦਿਨ ਅਸੀਂ ਗਏ, ਬੇਟਾ ਸੀ ਉਹਨਾਂ ਦੇ, ਬੱਚਿਆਂ ਦਾ ਨਾਂ ਰਖਾਉਣਾ ਸੀ, ਬੱਚਾ ਲੈ ਕੇ ਗਏ, ਗੁਰਪ੍ਰੀਤ ਸਿੰਘ ਉਹਨਾਂ ਦਾ ਨਾਂ। ਅਤੇ ਉਹਨਾਂ ਚਿਰ ਨੂੰ ਬਾਬਾ ਜੀ ਦੀਵਾਨ ਵਿੱਚ ਚਲੇ ਗਏ, ਅਸੀਂ ਭੁਗਤ ਨਹੀਂ ਸਕੇ। ਕਿਹਾ ਵੀ ਹੁਣ ਤੇ ਵਾਰੀ ਨਹੀਂ ਆਉਣੀ, ਸਮਾਂ ਲੱਗਣਾ ਹੈ। ਅੱਛਾ ਚਲੋ ਅਸੀਂ ਬੈਠ ਗਏ। ਬਾਬਾ ਜੀ ਬਚਨ ਕਰਦੇ ਕਰਦੇ ਹੀ ਖੜੇ ਸਨ। ਕਹਿਣ ਲੱਗੇ ਭਾਈ ਕਈ ਬੱਚਿਆਂ ਦੇ ਨਾਂ ਰਖਾਉਣ ਆ ਜਾਂਦੇ ਨੇ, ਜੇ ਖਾਹਾ ਆਵੇ, ਹਰੀ ਆਵੇ ਅਤੇ ਹਰ ਤੋਂ ਹਾਹੇ ਤੋਂ ਨਾਂ ਰੱਖ ਲੈਣਾ ਚਾਹੀਦਾ। ਜੇ ਗੁਰ ਆਵੇ ਅਤੇ ਗੱਗੇ ਤੋਂ ਨਾਮ ਰੱਖ ਲੈਣਾ ਚਾਹੀਦਾ। ਗੁਰੂ ਚੇਤਾ ਆਏਗਾ, ਹਰ ਤੋਂ ਹਰੀ ਚੇਤਾ ਆਏਗਾ। ਕਹਿੰਦੇ ਬਗੈਰ ਅੰਦਰੋਂ ਹੀ ਉਹਨਾਂ ਨੂੰ ਬੇਨਤੀ ਕੀਤੀ, ਬਾਹਰੋਂ ਨਹੀਂ, ਬਗੈਰ ਬੇਨਤੀ ਤੋਂ ਅੰਦਰੋਂ ਹੀ ਬੇਨਤੀ ਪ੍ਰਵਾਨ ਖੋ ਗਈ। ਅਸੀਂ ਬੱਚਿਆਂ ਦੇ ਨਾਂ ਸਾਰਿਆਂ ਦੇ ਬਦਲ ਦਿੱਤੇ। ਗੁਰਪ੍ਰੀਤ ਉਹਨਾਂ ਨੇ ਬਾਕੀਆਂ ਦੇ ਵੀ ਦੱਸੇ।
ਹੁਣ ਆਮ ਬੰਦੇ ਲਈ ਇਹ ਗੱਲਾਂ ਸਹਿਜੇ ਨੇ, ਜਿਹਨੇ ਕਮਾਣਾ ਉਹ ਬਹੁਤ ਕੁਛ ਲੈ ਜਾਂਦਾ। ਹੋਇਆ ਕੀ ਜਰਾ, ਇਹ ਘਟਨਾ ਬਹੁਤ ਪਿਆਰੀ। ਬਚਨ ਕਰਦਿਆਂ ਕਰਦਿਆਂ ਕਹਿਣ ਲੱਗੇ, ਭਾਈ ਜਾਓ ਸੁਣ ਕੈ ਜਮ ਕੈ ਦੂਤ, ਬਚਨ ਨਾ ਪੌੜੀ ਤਿੱਥੈ ਤੂੰ ਸਮਰੱਥ, ਜਿੱਥੈ ਕੋਏ ਨਾਹਿ ਉਥੈ ਤੇਰੀ ਰੱਖ, ਅਗਨੀ ਉਦਰ ਮਾਖ ਹੈ। ਸੁਣ ਕੈ ਜਮ ਕੇ ਦੂਤ, ਨਾਈ ਤੇਰੇ ਛੱਡ ਜਾਏ। ਕਹਿਣ ਲੱਗੇ ਭਾਈ ਗੁਰਬਾਣੀ ਦਾ ਬਚਨ ਕੱਲਾ ਕੱਲਾ ਸੱਚਾ ਜੇ, ਇਹਨੂੰ ਐਵੇਂ ਨਾ ਸਮਝਿਆ ਜੇ ਵੀ ਬਚਨ ਐਵੇਂ ਕਹਿ ਦਿੱਤੇ। ਜਾਓ ਕਹਿੰਦੇ ਜੇ ਕਿਧਰੇ ਜਮਦੂਤ ਵੀ ਆ ਜਾਣ ਕਿਸੇ ਦੇ ਕੋਲ, ਉਹਨਾਂ ਨੂੰ ਕਹਿ ਦੇਣਾ ਅਸੀਂ ਇਸ ਅਸਥਾਨ ਦੇ ਵੱਡਿਆਂ ਦਾ ਨਾਮ ਲੈ ਕੇ ਕਹਿੰਦੇ ਉਹਨਾਂ ਦੇ ਸੰਗੀਆਂ, ਤੇ ਕਹਿੰਦੇ ਜਮਦੂਤ ਵੀ ਛੱਡ ਜਾਏਗਾ। ਇਹ ਲੋਕ ਕਿਸੇ ਲਈ ਨਿੰਦਾ ਦਾ ਕਾਰਨ ਵੀ ਬਣ ਸਕਦੀਆਂ ਇਹੋ ਜਿਹੀਆਂ ਗੱਲਾਂ ਵੀ ਅਤ ਕਥਨੀਆਂ ਨੇ। ਬਿਲਕੁਲ ਅਤ ਕਥਨੀਆਂ ਹੋਣਗੀਆਂ ਪਿਆਰਿਓ, ਪਰ ਜਿਨ੍ਹਾਂ ਨਾਲ ਵਾਪਰਦੀਆਂ ਪਈਆਂ ਜਾਂ ਵਾਪਰੀਆਂ ਨੇ ਉਹਨਾਂ ਨੂੰ ਪੁੱਛੋ। ਬਚਨ ਹੋ ਗਿਆ ਵੀ ਜਮਦੂਤ ਵੀ ਛੱਡ ਜਾਣਗੇ ਜਿਹੜਾ ਇਸ ਦਰ ਦਾ ਸੰਗੀ ਹੋਏਗਾ। ਸਤ ਬਚਨ ਜਦੋਂ ਇਹ ਹੋ ਗਿਆ ਤੇ ਕਹਿੰਦੇ ਕੁਛ ਮਹੀਨੇ ਲੰਘੇ ਤੇ ਕਹਿੰਦੇ ਮੇਰਾ ਆਪਣਾ ਹੀ ਬੇਟਾ 6 ਸਾਲ ਦਾ ਬਿਮਾਰ ਹੋ ਗਿਆ। ਬਿਮਾਰ ਹੋਇਆ, ਅਸੀਂ ਥੱਲੇ ਪੜ੍ਹਾ ਰਹੇ ਸੀ ਰੈਸ਼ ਉੱਪਰ, ਘਰੋਂ ਸੁਨੇਹਾ ਆਇਆ, ਕਹਿੰਦੇ ਮੈਂ ਪੜ੍ਹਾਈ ਜਾਣਾ, ਤੁਸੀਂ ਦਵਾਈ ਦਿਓ। ਦਵਾਈ ਦਿੱਤੀ ਪਰ ਬੱਚਾ ਇੱਕਦਮ ਹੀ ਸਵਾਸ ਤਿਆਗ ਗਿਆ, ਰੋਣ ਪਿੱਟਣ ਲੱਗ ਪਏ। ਚਲੋ ਕਹਿੰਦੇ ਉੱਪਰ ਗਏ, ਇੱਕਦਮ ਕੁਛ ਵੀ ਨਹੀਂ ਸੁਝਿਆ ਵੀ ਇਹ ਕੀ ਬਣ ਗਿਆ। ਤੇ ਕਹਿੰਦੇ ਮੈਂ ਅਰਦਾਸਾਂ ਕਰੀ ਜਾਵਾਂ, ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਵਾਲਿਓ ਕਿਰਪਾ ਕਰੋ, ਬੋੜੀ ਕਰੋ, ਮਿਹਰ ਕਰੋ। ਤੇ ਕਹਿੰਦੇ ਫਿਰ ਮੈਨੂੰ ਬਚਨ ਚੇਤਾ ਆ ਗਿਆ ਜਿਹੜਾ ਕਿਹਾ ਸੀ ਵੀ ਜਮਦੂਤ ਛੱਡ ਦਿੰਦੇ ਨੇ। ਕਹਿੰਦੇ ਮੈਂ ਬਾਬਾ ਜੀ ਦਾ ਨਾਮ ਲੈ ਕੇ ਕਿਹਾ, ਬਾਬਾ ਜੀ ਦੇ ਸੀ ਸੰਗੀ ਆ, ਜਮਦੂਤਾ ਤੇਰਾ ਕੀ ਕੰਮ ਇੱਥੇ ਆਉਣ ਦਾ, ਭੱਜ ਜਾ ਇੱਥੋਂ। ਪੂਰੇ ਭਰੋਸੇ ਨਾਲ ਬਚਨ ਕਿਹਾ ਤੇ ਬੱਚੇ ਦੇ ਸਵਾਸ ਦੁਬਾਰਾ ਚੱਲ ਪਏ। ਹੁਣ ਤੱਕ ਉਹ ਜਿਉਂਦਾ ਜਾਗਦਾ ਵੱਡੇ ਪਰਿਵਾਰਾਂ ਵਾਲਾ ਹੈ। ਪਿਆਰਿਓ ਮੈਂ ਤਾਂ ਸ਼ੁਰੂ 'ਚ ਕਿਹਾ ਵੀ ਵੱਡਿਆਂ ਦੀਆਂ ਤੇ ਗੱਲਾਂ ਉਹਨਾਂ ਦੀ ਸੰਗਤ ਮਿਲੇ ਹੀ ਤੇ ਸਮਝ ਆ ਸਕਦੀ ਹੈ। ਸੁਣ ਕੇ ਜਾਂ ਕਿਸੇ ਨੂੰ ਮਨਾ ਕੇ ਜਾਂ ਕਰ ਕਰਾ ਕੇ ਨਹੀਂ। ਕਈ ਵਾਰ ਅਸੀਂ ਵੇਖਦੇ ਹਾਂ ਖੁਦ ਸੰਗਤ ਕਰਨ ਵਾਲੇ ਵੀ ਡੋਲ ਜਾਂਦੇ। ਡੋਲਣ ਦਾ ਇੱਕੋ ਕਾਰਨ ਹੁੰਦਾ ਪੂਰਨ ਸਾਧੂ ਦਾ ਬਚਨ ਕਮਾਇਆ ਨਹੀਂ ਜਾਂਦਾ, ਭੁੱਲ ਜਾਈਦਾ। ਪਰ ਜਿਹਨੇ ਬਚਨ ਚੇਤਾ ਰੱਖਿਆ ਉਸ ਨੂੰ ਕਿਧਰੇ ਵੀ ਗੁਰੂ ਕੇ ਪਿਆਰਿਓ ਘਾਟ ਨਹੀਂ, ਉਹਨੂੰ ਕਿਸੇ ਜਗ੍ਹਾ 'ਤੇ ਵੀ ਉਹ ਪਿੱਛੇ ਨਹੀਂ ਗੁਰੂ ਕੇ ਪਿਆਰਿਓ ਰਹਿਣ ਦਿੰਦੇ। ਹਰ ਜਗ੍ਹਾ 'ਤੇ ਉਹਦੇ ਸਖਾਈ ਹੁੰਦੇ ਨੇ। ਇੱਕ ਵਾਰ ਇਹ ਤੇ ਡਾਕਟਰ ਪੂਰਨ ਸਿੰਘ ਦੋਨੋਂ ਕਹਿੰਦੇ ਬਾਬਾ ਜੀ ਕਦੇ ਸੌਂਦੇ ਨਹੀਂ ਖਾਣ। ਕਹਿੰਦੇ ਸੌਣ ਤੋਂ ਬਗੈਰ ਤੇ ਬੰਦਾ ਰਹਿ ਨਹੀਂ ਸਕਦਾ, ਦੁਨਿਆਵੀ ਬੁੱਧ ਹੈ ਨਾ ਬੰਦੇ ਦੀ। ਖੈਰ ਜਦੋਂ ਕਹਿੰਦੇ ਚਲੋ ਬਾਬਾ ਜੀ ਕੋਲ ਚਲੀਏ, ਬਾਬਾ ਜੀ ਕੋਲ ਗਏ, ਬੇਨਤੀ ਤੇ ਕੀ ਕਰਨੀ ਸੀ, ਬਗੈਰ ਬੇਨਤੀ ਤੋਂ ਬੁੱਝ ਲੈਂਦੇ ਨੇ। ਜਿੰਨੇ ਜਗਿਆਸੂ ਹੁੰਦੇ ਨੇ ਸਾਰਿਆਂ ਨੂੰ ਜਵਾਬ ਮਿਲ ਜਾਂਦੇ ਨੇ ਇੱਕੋ ਹੀ ਬਚਨ ਕਰਨ ਦੇ ਨਾਲ, ਭਾਵੇਂ ਹਜ਼ਾਰਾਂ ਬੈਠੇ ਕੌਣ, ਸਾਰਿਆਂ ਦੀ ਤਸੱਲੀ ਹੋ ਜਾਂਦੀ ਹੈ। ਜਦੋਂ ਕਹਿੰਦੇ ਗਏ ਤੇ ਬਾਬਾ ਜੀ ਹੋਰ ਕਹਿੰਦੇ ਕਈ ਪ੍ਰੇਮੀ ਪੁੱਛਦੇ ਨੇ ਵੀ ਸਾਧੂ ਸੌਂਦੇ ਹੀ ਨਹੀਂ। ਕਹਿੰਦੇ ਭਾਈ ਸੌਂ ਤੇ ਅਸੀਂ ਵੀ ਜਾਈਏ, ਪਰ ਸਾਨੂੰ ਕਿਸੇ ਪਿਆਰੇ ਦੀ ਉਡੀਕ ਕੇ ਸੋਚਦੇ ਹਾਂ ਇੱਕ ਮਿੰਟ ਵੀ ਜੇ ਕਿਧਰੇ ਸੌਂਗੇ ਪਿਆਰਾ ਆ ਗਿਆ ਤੇ ਉਹਦੇ ਦਰਸ਼ਨਾਂ ਤੋਂ ਵਾਂਝੇ ਰਹਿ ਜਾਵਾਂਗੇ। ਉਹ ਭੁਗਤਾਨ ਕਿਵੇਂ ਭੁਗਤਾਂਗੇ? ਮਤਲਬ ਕੀ ਹੈ, ਜਿਨ੍ਹਾਂ ਦੇ ਅੰਦਰ ਲੱਗਣ ਲੱਗ ਗਏ ਉਸ ਪਿਆਰੇ ਨਾਲ ਬਹਿ ਗਏ ਜੁੜ ਕੇ, ਉਹ ਕਦੇ ਉਹਨਾਂ ਨੂੰ ਸੌਣਾ ਕੀ ਤੇ ਜਾਗਣਾ ਕੀ। ਸਾਹਿਬ ਕਹਿੰਦੇ ਨੇ ਕਿਆ ਸਵਣਾ ਕਿਆ ਜਾਗਣਾ, ਗੁਰਮੁਖ ਤੇ ਪਰਵਾਨ। ਸੌਣਾ ਕੀ ਜਾਗਣਾ ਕੀ ਉਹ ਪਰਵਾਨ ਨੇ। ਉਹ ਨੀਂਦ ਉੱਤੇ ਹੈ ਹੀ ਨਹੀਂ, ਨਾ ਭੁੱਖ ਹੈ, ਨਾ ਨੀਂਦ ਨਾ ਤੇਖ ਹੈ ਜਿੱਥੇ ਉਹ ਲੋਕ ਵੱਸਦੇ ਨੇ। ਤੋ ਖੈਰ ਮਹਾਰਾਜ ਦੀ ਇੰਨੀ ਕਿਰਪਾ ਸੀ, ਸਤਿਗੁਰੂ ਸੱਚੇ ਪਾਤਸ਼ਾਹ ਨੇ ਵਰਤਾਈ। ਕਹਿੰਦੇ 7.5 ਲੱਖ ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਲਈ। 13 ਸਾਲਾਂ ਵਿੱਚ ਸਰਦਾਰ ਪ੍ਰਤਾਪ ਸਿੰਘ ਕੈਰੋਂ ਨਾ ਉਹਦੀ ਗੱਲ ਕਰਦੇ ਹਾਂ ਬਾਅਦ ਵਿੱਚ, ਪਰ ਉਹ ਕਿਵੇਂ ਆਏ ਇਸ ਅਸਥਾਨ ਦੇ, ਕਿਉਂਕਿ ਉਹ ਚੀਫ ਮਿਨਿਸਟਰ ਸੀ, ਸ਼ਰਧਾਲੂ ਬਣਿਆ। ਪਰ ਐਵੇਂ ਨਹੀਂ, ਪਹਿਲਾਂ ਇੱਕ ਪਰਖ ਕਰ ਲਈ। ਜਦੋਂ ਐਡਵੋਕੇਟ ਸਰਦਾਰ ਗੁਰਨਾਮ ਸਿੰਘ ਤੀਰ ਸੰਗੀ ਸਨ, ਇੱਕ ਦਿਨ ਚੰਡੀਗੜ੍ਹ ਤੋਂ ਉਹਨਾਂ ਨੂੰ ਨਾਲ ਬਿਠਾ ਕੇ ਬਗੈਰ ਕਿਸੇ ਦੱਸੇ ਤੋਂ ਤੁਰ ਪਏ।
ਲੁਧਿਆਣੇ ਜਗਰਾਵਾਂ ਆ ਗਏ, ਜਗਰਾਵਾਂ ਟੱਪੇ। ਉਹਨਾਂ ਦਾ ਮਤਲਬ ਸੀ ਵੀ ਅਚਾਨਕ ਜਾਂਦੇ ਹਾਂ ਅਤੇ ਜਾ ਕੇ ਬਾਬਾ ਜੀ ਦੇ ਦਰਸ਼ਨ ਕਰਾਂਗੇ ਅਤੇ ਸਿਆਸੀ ਲੋਕਾਂ ਦੀਆਂ ਜਿਹੜੀਆਂ ਆਪਣੀਆਂ ਮੰਗਾਂ ਹੁੰਦੀਆਂ ਉਹ ਹੀ ਖੋਣੀਆਂ ਸੀ। ਅਤੇ ਖੈਰ ਦੱਸਿਆ ਨਹੀਂ, ਜਗਰਾਵਾਂ ਟੱਪ ਕੇ ਕਹਿਣ ਲੱਗੇ ਉਹਨਾਂ ਨੂੰ ਤੀਰ ਨੂੰ, ਸਰਦਾਰ ਗੁਰਨਾਮ ਸਿੰਘ ਜੀ ਅੱਜ ਤੁਹਾਡੇ ਬਾਬਿਆਂ ਕੋਲ ਚੱਲੇ ਹਾਂ। ਜਦੋਂ ਸੋਝੀ ਨਾ ਹੋਵੇ ਤਾਂ ਬੰਦਾ ਇੱਦਾਂ ਹੀ ਗੱਲ ਕਰਦਾ, ਤੁਹਾਡੇ ਬਾਬੇ, ਇਹ ਸਾਡੇ ਬਾਬੇ। ਪਰ ਜਦੋਂ ਪਿਆਰ ਪੈ ਜਾਏ ਫਿਰ ਤੁਹਾਡਾ ਸਾਡਾ ਮੁੱਕ ਜਾਂਦਾ, ਉਹ ਦਿਲ ਵਿੱਚ ਹੀ ਵੱਸਦੇ ਨੇ। ਸਾਡਾ ਵੀ ਕਹਿ ਕੇ ਉਹ ਥੋੜ੍ਹੇ ਦੂਰ ਲੱਗਦੇ ਨੇ, ਉਹ ਫਿਰ ਕੀ ਹੁੰਦੇ ਨੇ ਇਹ ਉਹ ਜਾਣਨ। ਭਾਈ ਮਹਾਰਾਜ ਬਖਸ਼ਣ। ਬੇਨਤੀ ਕਰਨ ਲੱਗਾ ਸਾਂ ਜਦੋਂ ਆਏ ਅਤੇ ਆ ਕੇ ਤੇ ਕਹਿੰਦੇ ਬਗੈਰ ਦੱਸੇ ਤੂੰ ਜਾਣਾ ਨਹੀਂ, ਅਤੇ ਚੀਫ ਮਿਨਿਸਟਰ ਕਿੰਨਿਆਂ ਲੋਕਾਂ ਨੇ ਆਲੇ ਦੁਆਲੇ ਆ ਜਾਣਾ। ਪਰ ਜਦੋਂ ਗਏ ਤੇ ਹੈਰਾਨ ਹੋਏ, ਗਾਲਬ ਕਲਾਂ ਦੇ ਜੈਲਦਾਰ ਸਨ ਅਤੇ ਉਹ ਅਤੇ ਬਾਕੀ ਸਾਰੇ ਕਾਂਗਰਸੀ ਜਿਹੜੇ ਆਗੂ ਸਨ ਉਹ ਹਾਰ ਲੈ ਕੇ ਖਲੋਤੇ। ਹਾਰ ਪਏ ਅਤੇ ਉਹ ਪੁੱਛਦੇ ਨੇ ਪ੍ਰਤਾਪ ਸਿੰਘ ਕੈਰੋਂ ਵੀ ਤੁਹਾਨੂੰ ਕਿਵੇਂ ਪਤਾ ਲੱਗ ਗਿਆ ਮੈਂ ਆਉਣਾ? ਮੈਂ ਤਾਂ ਕਿਸੇ ਨੂੰ ਨਹੀਂ ਦੱਸਿਆ। ਕਹਿਣ ਲੱਗੇ ਸਾਨੂੰ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਵਾਲਿਆਂ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਵੀ ਪ੍ਰਤਾਪ ਸਿੰਘ ਕੈਰੋਂ ਸਾਡੇ ਕੋਲ ਆ ਰਿਹਾ, ਉਹਨਾਂ ਤੁਸੀਂ ਹਾਰ ਲੈ ਕੇ ਬਾਹਰ ਖਲੋ ਜਾਓ ਅਤੇ ਉਹਨਾਂ ਨੂੰ ਸਤਿਕਾਰ ਕਰਨਾ ਉਹਨਾਂ ਦਾ। ਬਸ ਫਿਰ ਕੀ ਪੁੱਛਣਾ ਸੀ ਵੀ ਉਹ ਪਹਿਲਾਂ ਹੀ ਦਿਲਾਂ ਦੀਆਂ ਜਾਣ। ਜਦੋਂ ਤੁਰੇ ਹਾਂ ਅਤੇ ਉਦੋਂ ਹੀ ਉਹਨਾਂ ਨੇ ਵੇਖ ਲਿਆ ਕਿੱਥੋਂ ਤੁਰੇ ਨੇ। ਉਹ ਤਾਂ ਇਹ ਵੀ ਵੇਖ ਲੈਂਦੇ ਨੇ ਅਸੀਂ ਕਿੰਨੇ ਜਨਮਾਂ ਤੋਂ ਤੁਰੇ ਹਾਂ, ਇਹ ਤਾਂ ਚੰਡੀਗੜ੍ਹ ਤੋਂ ਤੁਰ ਕੇ ਵੇਖਿਆ ਨਾ। ਪੂਰਨ ਸਾਧੂ ਲਈ ਇਹ ਜਨਮਾਂ ਨੂੰ ਵੇਖਣਾ, ਪਿੱਛੇ ਵੇਖਣੇ, ਜਨਮ 'ਚ ਅੱਗੇ ਵੇਖਣੇ, ਉਹਨਾਂ ਲਈ ਇੰਨਾ ਕੋਈ ਔਖਾ ਜਿਵੇਂ ਆਪਾਂ ਅੱਖ ਘੁਮਾ ਕੇ ਸੱਜੇ ਖੱਬੇ ਵੇਖ ਲੈਂਦੇ ਹਾਂ। ਉਹਨਾਂ ਕੋਲੋਂ ਪਰਮੇਸ਼ਰ ਕੁਝ ਲੁਕਾ ਕੇ ਥੋੜ੍ਹਾ ਰੱਖਦਾ। ਸਾਰਾ ਕੁਝ ਚਾਬੀਆਂ ਜੋ ਦਿੱਤੀਆਂ ਨੇ ਦਰਗਾਹ ਦੀਆਂ, ਅਤੇ ਚਾਬੀਆਂ ਦੇ ਖਜ਼ਾਨੇ ਦੇ ਮਾਲਕ ਬਣੇ ਨੇ। ਜਿੱਧਰ ਵੇਖਣ ਉਹ ਵੇਖ ਰਹੇ ਨੇ, ਇੱਕੋ ਵਕਤ ਹੀ ਸਾਰੀ ਜਗ੍ਹਾ 'ਤੇ। ਬਸ ਫਿਰ ਉਹ ਸ਼ਰਧਾਲੂ ਬਣ ਗਿਆ। ਜਦੋਂ ਬਾਬਾ ਜੀ ਹੋਰਾਂ ਨੇ ਚੋਲਾ ਬਦਲਿਆ ਨਾ ਅਤੇ ਉਹਨੇ ਇੱਕ ਗੱਲ ਕਹੀ, ਕਹਿਣ ਲੱਗਾ ਦੇਖੋ ਜੀ, ਇਕੱਲੇ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਵਾਲਿਆਂ ਨੇ 7 ਲੱਖ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਦਿੱਤਾ, ਜਾਂ 7.5 ਲੱਖ ਨੂੰ ਸਾਰੇ ਅਕਾਲੀ ਸ਼੍ਰੋਮਣੀ ਕਮੇਟੀ ਨਹੀਂ ਛਕਾ ਸਕੇ। ਆਪਣੇ ਮਨੋਂ ਤੇ ਪਿਆਰ ਜਤਾ ਰਿਹਾ, ਪਰ ਸੱਚ ਤੇ ਨਹੀਂ ਨਾ। ਬਾਬਾ ਜੀ ਕੋਈ ਵਿਅਕਤੀ ਤੇ ਨਹੀਂ ਨਾ, ਕੋਈ ਆਮ ਬੰਦੇ ਵਾਂਗੂ ਆਗੂ ਤੇ ਨਹੀਂ ਨਾ, ਪ੍ਰਚਾਰਕ ਤੇ ਨਹੀਂ ਨਾ। ਉਹ ਪੂਰਨ ਸਾਧੂ ਖਾਨ। ਸਾਧੂ ਦੀ ਤੁਲਨਾ ਕਿਸੇ ਆਮ ਮਨੁੱਖ ਨਾਲ ਕਰਨੀ ਕਿਵੇਂ ਸੰਭਵ ਹੈ? ਮਨੁੱਖ ਦੀ ਜਿੰਨੀ ਤਾਕਤ ਤੇ ਉਹਨੇ ਜ਼ੋਰ ਲਾਣਾ, ਪਰ ਇੱਥੇ ਤਾਂ ਖੁਦ ਅਕਾਲ ਪੁਰਖ ਦੀ ਉਹ ਵਰਤਰੀ ਤਾਕਤ ਜਿਹਨੂੰ ਕਹਿੰਦੇ ਹਰਜਨ ਦੋਈ ਏਕ ਹੈ ਬੇਵਿਚਾਰ ਕਛ ਨਾਹੀਂ, ਉਹਦੇ ਨਾਲ ਮੁਕਾਬਲਾ ਕਿਵੇਂ ਕੋਈ ਕਰ ਸਕਦਾ ਹੈ? ਗੁਰੂ ਕੇ ਪਿਆਰਿਓ, ਇਸ ਦਰ ਦੇ ਵੱਡੇ ਵੱਡੇ ਇੱਕ ਵਾਰ ਬਿਰਲਾ ਟਾਟਾ, ਜਿਹਨਾਂ ਤੋਂ ਬਾਅਦ ਜਾਣਦੇ ਆ ਪੈਸੇ ਕਰਕੇ ਮਸ਼ਹੂਰ ਹੈ ਲੋਕ, ਬਿਰਲਾ ਜਿਹੜਾ ਹੈ ਉਹ ਆਇਆ, ਉਹਨੇ ਕੁਛ ਲੱਖਾਂ ਰੁਪਈਏ ਭੇਟ ਕਰਨੇ ਚਾਹੇ, ਬਾਬਾ ਜੀ ਨੇ ਪ੍ਰਵਾਨ ਨਾ ਕੀਤੇ। ਕਹਿਣ ਲੱਗੇ ਇਹੋ ਜਿਹਾ ਤੁਹਾਨੂੰ ਦਾਨੀ ਨਹੀਂ ਮਿਲਣਾ, ਸੇਵਾ ਦੀ ਲੋੜ ਹੈ ਮੁੜ ਕੇ ਇਕੱਠੀ ਕਰੋਗੇ। ਕਹਿਣ ਲੱਗੇ ਜਾਓ ਗੁਰੂ ਨਾਨਕ ਸਾਹਿਬ ਦੇ ਘਰ ਦਾ, ਜੇ ਤੁਹਾਨੂੰ ਤੇਰੇ ਵਰਗਾ ਦਾਨੀ ਕੋਈ ਨਹੀਂ ਅਤੇ ਤਿਆਗੀ ਵੀ ਨਹੀਂ ਮਿਲਣਾ। ਉਹਦੇ ਹੀ ਬਚਨਾਂ 'ਚ ਜਵਾਬ ਦਿੱਤਾ, ਚਲਾ ਗਿਆ। ਅੰਦਰੋਂ ਖਿੱਚਿਆ ਗਿਆ ਵੀ ਪੈਸੇ ਦੀ ਪਰਵਾਹ ਹੀ ਨਹੀਂ ਕੀਤੀ। ਜਿਨ੍ਹਾਂ ਦੇ ਹੁਕਮ 'ਚ ਸਾਰੀ ਸ੍ਰਿਸ਼ਟੀ ਚੱਲਦੀ ਹੋਵੇ, ਉਹਨਾਂ ਨੇ 2-4 ਲੱਖ ਜਾਂ ਕਰੋੜ ਜਾਂ ਅਰਬ ਦਾ ਕੀ ਕਰਨਾ ਕੋਇਆ। ਸਾਹਿਬ ਬਚਨ ਕਰਦੇ ਨੇ ਨਾ, ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੁਸ਼ੰਦਾ, ਤੁਧ ਸਭ ਕਿਛ ਮੈਨੂੰ ਸੌਂਪਿਆ, ਜਾਂ ਤੇਰਾ ਬੰਦਾ। ਲక్ష్ਮੀ ਟੋਟ ਨਾ ਆਵੇ, ਖਾਏ ਖਰਚ ਰਖੰਦਾ। 184 ਮੇਦਨੀ, ਸਭ ਸੇਵ ਕਰਨ ਦਾ। ਸਭੋ ਕੁਛ ਹੀ ਪਰਮਾਤਮਾ ਨੇ ਦਿੱਤਾ ਹੁੰਦਾ ਹੈ। ਸਾਡੇ ਲਈ ਤਾਂ ਸਭੋ ਕੁਝ 4 ਕੌਡੀਆਂ ਪੈਸੇ ਹੁੰਦੇ ਨੇ, ਪਰਮਾਤਮਾ ਨੇ ਆਪਣਾ ਆਪਾ ਹੀ ਦਿੱਤਾ ਹੈ। 84 ਲੱਖ ਜਿਨ੍ਹਾਂ ਦੇ ਅਧੀਨ ਕੀ ਪ੍ਰਵਾਹ ਸੀ। ਖੈਰ ਬਿਰਲੇ ਨੇ ਜਾ ਕੇ ਗੱਲ ਕੀਤੀ, ਸਨਾਤਨ ਧਰਮ ਦੇ ਆਗੂ ਸਨ, ਉਹਨਾਂ ਦੇ ਗੁਰਦੇਵ ਗੋਸਵਾਮੀ ਗਣੇਸ਼ ਦੱਤ ਜੀ। ਉਹਦਾ ਵੀ ਜੀ ਕੀਤਾ ਵੀ ਮੈਂ ਵੀ ਦਰਸ਼ਨ ਕਰਾਂ। ਉਹ ਵੀ ਆਇਆ, ਦਰਸ਼ਨ ਕਰਕੇ ਪ੍ਰਸੰਨ ਬੜਾ। ਬਾਬਾ ਜੀ ਦੀਵਾਨ ਵਿੱਚ ਛੋਟੀ ਮਾਲਾ ਸਿਮਰਨਾ ਫੇਰ ਰਹੇ ਸਨ।
ਇਹਦੇ ਅੰਦਰ ਬੈਠੀ ਦੇ ਹੀ ਬਚਨਾਂ 'ਚ ਉੱਤੇ ਠੰਡ ਪੈ ਹੀ ਰਹੀ ਸੀ। ਅੰਦਰ ਜੋ ਮੰਗਣ ਆਇਆ ਸੀ, ਕਿਉਂਕਿ ਅਭਿਆਸੀ ਇਹ ਗੁਰਦੇਵ ਬਣਿਆ, ਇਹਦੀ ਕਮਾਈਆਂ ਨੇ, ਸਿਆਣੇ ਨੇ, ਕੋਈ ਛੋਟੀ ਹਸਤੀ ਨੇ। ਉਹਨਾਂ ਨੇ ਫਿਰ ਜਦੋਂ ਇੱਧਰ ਬਚਨ ਸੁਣੇ ਤੇ ਤੁਰ ਅੰਦਰ ਨੂੰ ਵੱਜਣ, ਇੱਕ ਫੁਰਨਾ ਹੋ ਗਿਆ। ਫੁਰਨੇ ਹੁੰਦੇ ਨੇ ਸਾਡੇ ਸਾਰਿਆਂ ਦੇ, ਕੋਈ ਨਾ ਕੋਈ ਬਣੀ ਜਾਂਦੇ ਨੇ। ਵੀ ਜੇ ਕਿਧਰੇ ਬਾਬਾ ਜੀ ਆ ਹੱਥ ਵਾਲਾ ਸਿਮਰਨਾ ਮੈਨੂੰ ਦੇ ਦੇਣਾ ਤੇ ਕਿੱਡੀ ਭਾਗਾਂ ਵਾਲੀ ਮੇਰੇ ਲਈ ਗੱਲ ਹੋਏਗੀ। ਥੋੜ੍ਹਾ ਚਿਰ ਬਾਅਦ ਕਹਿੰਦੇ ਸਿਮਰਨਾ ਛੋਟਾ, ਜੇ ਬਾਬਾ ਜੀ ਵੱਡਾ ਦੇਣਾ 108 ਵਾਲਾ ਫਿਰ ਜ਼ਿਆਦਾ ਗੱਲ ਬਣੇਗੀ। ਇਹ ਪਿਆਰ 'ਚੋਂ ਵੀ ਜਾਂ ਮਨ ਦਾ ਸੁਭਾਅ ਹੈ, ਆਪਣੀ ਸੋਚ ਮੁਤਾਬਕ ਫੁਰਨੇ ਖਿਆਲ ਇਹਨੇ ਪਾਈ ਜਾਣੇ ਤੇ ਪਾਈ ਜਾਂਦਾ ਰਹਿੰਦਾ। ਤਾਂ ਹੀ ਸਾਧੂ ਹਮੇਸ਼ਾ ਕਹਿੰਦੇ ਜੇ ਸੰਗਤ ਕਰਨੀ ਹੋਵੇ ਨਾ ਤੇ ਪਹਿਲਾਂ ਕਾਹਲੇਪਣ ਨਾਲ ਨਹੀਂ, ਪਹਿਲਾਂ ਕੁਝ ਸਮਾਂ ਆ ਕੇ ਸਿਮਰਨ ਕਰੀਏ, ਬਾਣੀ ਪੜ੍ਹੀਏ ਜਾਂ ਧਿਆਨ ਵਿੱਚ ਬੈਠੀਏ ਨੇਤਰ ਬੰਦ ਕਰਕੇ ਕੁਛ ਮਿੰਟ, ਫਿਰ ਸੰਗਤ ਕਰੀਏ ਸਾਧੂ ਜੋ ਬਚਨ ਕਰੇ, ਫਿਰ ਥੋੜ੍ਹੇ ਬਾਅਦ ਤੇ ਪਤਾ ਲੱਗਣਗੇ ਵੀ ਅੰਦਰ ਵਸਣਗੇ, ਕਾਹਲੀ ਕਾਹਲੀ 'ਚ ਨਹੀਂ। ਖੈਰੇ ਪਿਆਰ ਵਾਲੀ ਉੱਚੀਆਂ ਆਤਮਾਵਾਂ ਸਨ। ਸਵਾਮੀ ਗਣੇਸ਼ ਦੱਤ ਜੀ ਬੈਠੇ ਵੀ ਵੱਡੀ ਮਾਲਾ ਭੋਗ ਪਿਆ ਤੇ ਬਾਬਾ ਜੀ ਕਹਿਣ ਲੱਗੇ, ਮਿਲੇ, ਕਹਿਣ ਲੱਗੇ ਜੀ ਸਾਡਾ ਜੀ ਕਰਦਾ ਤੁਹਾਨੂੰ ਨਾ ਮਾਲਾ ਦਈਏ, ਆ ਲਓ ਤੁਹਾਨੂੰ ਮਾਲਾ ਦਿੱਤੀ। ਇਹ ਤੇ ਬੜੇ ਹੈਰਾਨ ਹੋ ਗਏ ਵੀ ਬਗੈਰ ਬੋਲੇ ਤੇ ਫੁਰਨਾ ਬੁੱਝ ਲਿਆ, ਚਰਨੀ ਡਿੱਗੇ, ਦੇਖ ਇੱਕਦਮ ਖੋਲ ਲਈ। ਕਹਿਣ ਲੱਗੇ ਨਹੀਂ ਤੁਹਾਡੇ ਲਈ ਛੋਟੀ ਹੈ, ਲਿਆਓ ਇਹਨਾਂ ਨੂੰ ਵੱਡੀ ਮਾਲਾ ਦਈਏ। 108 ਦੀ ਮਾਲਾ ਦਿੱਤੀ। ਇਧਰ ਸਵਾਮੀ ਜੀ ਤੇ ਬਿਲਕੁਲ ਵੈਰਾਗ ਵਿੱਚ ਚਲੇ ਗਏ, ਪਿਆਰਾਂ ਵਿੱਚ ਪਈ। ਇਹ ਵੀ ਬੁੱਝ ਲਿਆ ਵੀ ਮਾਲਾ ਮੰਗੀ, ਇਹ ਵੀ ਵੀ ਛੋਟੀ ਨਹੀਂ ਵੱਡੀ ਹੈ। ਅਗਲੇ ਦਿਨ ਦੀਵਾਨ 'ਚ ਕਹਿੰਦੇ ਮੈਂ ਸਮਾਂ ਲੈਣਾ ਕਿ ਕਹਿਣ ਲੱਗੇ ਸਾਧ ਸੰਗਤ ਜੀ ਤੁਸੀਂ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਵਾਲਿਆਂ ਨੂੰ ਮਹਾਂਪੁਰਖ ਨਾ ਸਮਝਣਾ, ਖੁਦ ਭਗਵਾਨ ਆਏ ਖੋਏ ਜੇ ਲਾਖਾ ਲੈ ਲਓ। ਬਾਬਾ ਜੀ ਨੇ ਗੱਲ ਹਾਸੇ 'ਚ ਪਾ ਦਿੱਤੀ। ਕਹਿਣ ਲੱਗੇ ਇਹਨਾਂ ਨੂੰ ਕੜਾਹ ਪ੍ਰਸ਼ਾਦ ਥੋੜ੍ਹਾ ਜ਼ਿਆਦਾ ਦੇ ਦਿੱਤਾ ਸੀ ਤਾਂ ਸਾਡੀਆਂ ਸਿਫਤਾਂ ਕਰਦੇ, ਤੁਸੀਂ ਇਹਨਾਂ ਦੀਆਂ ਗੱਲਾਂ ਵਿੱਚ ਆਉਣਾ। ਪੂਰਨ ਸਾਧੂ ਨੂੰ ਕੋਈ ਲੋੜ ਨਹੀਂ ਆਪਣੀ ਮਸ਼ਹੂਰੀ ਕਰਵਾਉਣ ਦੀ, ਉਸ ਗੱਲ ਨੂੰ ਪਰਾਂ ਉਰਾਂ ਕਰਕੇ ਟਾਲ ਦਿੱਤਾ। ਹਿੰਦੁਸਤਾਨ ਦੇ ਰਾਸ਼ਟਰਪਤੀ ਰਜਿੰਦਰ ਪ੍ਰਸਾਦ ਜੀ ਬਹੁਤ ਵਿਦਵਾਨ ਸਨ, ਪਿਆਰਵਾਲ ਇਹ ਵੀ ਸਨ, ਉਹ ਵੀ ਇਹਨਾਂ ਦੇ ਸੇਵਕ ਸਨ ਸਨਾਤਨ ਧਰਮ ਦੇ, ਸਵਾਮੀ ਗਣੇਸ਼ ਦੱਤ ਜੀ ਖੁਰਾਂ ਦੇ। ਉਹਨਾਂ ਨੂੰ ਪਤਾ ਲੱਗਾ, ਕਹਿੰਦੇ ਮੈਂ ਵੀ ਸੰਗਤ ਕਰਾਂ, ਲਾਖਾ ਲਵਾਂ। ਉਹਨਾਂ ਨੇ ਬੇਨਤੀ ਕੀਤੀ ਭਈ ਬੁਲਾਓ ਸਾਧੂ ਨੂੰ। ਬਾਬਾ ਜੀ ਕਹਿਣ ਲੱਗੇ ਸੀ ਤੇ ਜਾਣਾ ਨਹੀਂ ਭਾਈ, ਸਾਨੂੰ ਤੇ ਕੋਈ ਲੋੜ ਨਹੀਂ, ਉਹ ਆ ਜਾਵੇ ਸੰਗਤ ਵਿੱਚ, ਕੋਈ ਵੀ ਆਵੇ। ਉਹਨੇ ਫਿਰ ਬੇਨਤੀ ਕੀਤੀ ਭਈ ਸਿਕਿਉਰਿਟੀ ਪਰਪਜ਼ ਨਾਲ ਮੈਂ ਇਸ ਤਰ੍ਹਾਂ ਆ ਨਹੀਂ ਸਕਣਾ, ਤੁਸੀਂ ਦਰਸ਼ਨ ਦਿਓਗੇ ਤੇ ਮੈਂ ਪ੍ਰਬੰਧ ਕਰ ਸਕਦਾ ਵਾਂ। ਉਹਦੀ ਭਾਵਨਾ ਵੇਖ ਕੇ ਦਰਸ਼ਨ ਦਿੱਤੇ ਸੀ। ਬਹੁਤ ਵੱਡੀਆਂ ਛੋਟੀਆਂ ਹਸਤੀਆਂ ਉਹਨਾਂ ਦੇ ਕੋਲ ਆ ਕੇ ਲਾਖਾ ਉਹਨਾਂ ਨੇ ਲਿਆ। ਤੇ ਪਿਆਰਿਓ ਕੇਵਲ ਉਦੋਂ ਨਹੀਂ, ਚੋਲਾ ਬਦਲਣ ਤੋਂ ਬਾਅਦ ਵੀ ਉਹ ਲਾਭ ਲੈਂਦੇ ਰਹੇ। ਪਰ ਇੱਕ ਮੈਂ ਬੇਨਤੀ ਕਰਾਂ, ਕਈ ਵਾਰ ਨਾ ਜਦੋਂ ਸੁਣਦੇ ਹਾਂ ਚੁੱਪ ਕਰ ਜਾਈਦਾ ਹੈ, ਕਿਉਂਕਿ ਗੱਲ ਸੁਣਨੀ ਨਹੀਂ ਹੁੰਦੀ ਕਿਸੇ ਨੇ। ਇੱਕ ਗੱਲ ਬਹੁਤ ਪ੍ਰਚਲਿਤ ਹੁੰਦੀ ਹੈ, ਖਾਸ ਕਰਕੇ ਜਿਨ੍ਹਾਂ ਲੋਕਾਂ ਦੇ ਦਾਅਵੇ ਹੁੰਦੇ ਨੇ ਅਸੀਂ ਪੰਥਕ ਹਾਂ, ਇਹ ਤੇ ਦੋਏ ਧੀਏ ਨੇ। ਉਹ ਪੰਥਕ ਸਮਝਦੇ ਜਿਹੜੇ ਕੇਵਲ ਤੇ ਕੇਵਲ ਬਾਹਰੋਂ ਲਿਬਾਸ ਤੇ ਫੋਕਾ ਜਾਂ ਧੰਨ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ, ਬਚਨ ਨਾ ਮੰਨਣ। ਕੇਵਲ ਉਹ ਕਹਿਣਗੇ ਭਈ ਸਾਧੂ ਕਿੱਧਰ ਲੁੱਕ ਗਏ, ਕੌਮ ਤੇ ਨੀਆਂ ਮੁਸੀਬਤਾਂ ਨੇ। ਸਾਧੂ ਲੁਕਦੇ ਨਹੀਂ, ਸਾਧੂ ਤੇ ਪ੍ਰਗਟ ਰਹਿੰਦੇ ਨੇ ਹਮੇਸ਼ਾ, ਪਰ ਸਾਧੂ ਦਾ ਕੋਈ ਬਚਨ ਮੰਨੇ ਤੇ ਤਾਂ ਨਾ। ਕਦੇ 8ਵੀਂ ਕਾਨਫਰੰਸ ਵਿੱਚ ਸੰਤ ਬਾਬਾ ਅਤਰ ਸਿੰਘ ਮਸਤੂਆਣ ਵਾਲਿਆਂ ਨੂੰ ਫਿਰੋਜ਼ਪੁਰ ਬੇਨਤੀ ਕਰਕੇ ਪ੍ਰਧਾਨ ਬਣਾਇਆ ਸੀ ਤੇ ਕਿਹਾ ਸੀ ਫੁੱਟ ਬੜੀ ਪੈ ਗਈ ਏ, ਫੁੱਟ ਕਿਵੇਂ ਮਿਟੇ, ਪੰਥ ਚੜ੍ਹਦੀ ਕਲਾ 'ਚ ਕਿਵੇਂ ਜਾਏ। ਤਾਂ ਉਹਨਾਂ ਨੇ ਕਿਹਾ ਸੀ 3 ਗੱਲਾਂ ਕਰ ਲਓ, ਚੜ੍ਹਦੀ ਕਲਾ ਹੋ ਜਾਏਗੀ। ਅੰਮ੍ਰਿਤ ਵੇਲੇ ਹਰ ਸਿੱਖ ਉੱਠੇ ਇਸ਼ਨਾਨ ਕਰੇ। ਦੂਸਰਾ ਕਹਿਣ ਲੱਗੇ ਸੀ ਹਰ ਸਿੱਖ ਨਾਮ ਜਪੇ ਤੇ ਬਾਣੀ ਪੜ੍ਹੇ। ਕੌਮ ਦਾ ਹਰ, ਭਾਵੇਂ ਕੋਈ ਵੀ ਕੋਈ ਜੋਬ ਕਰਦਾ, ਕੋਈ ਖੇਤੀਬਾੜੀ, ਕੁਛ ਵੀ, ਹਰ ਬਾਣੀ ਪੜ੍ਹੇ ਤੇ ਅੰਮ੍ਰਿਤ ਵੇਲਾ ਸਾਂਭੇ। ਤੇ ਤੀਸਰਾ ਦਸਵੰਧ ਕੱਢੋ। ਪਰ ਮੰਨਣੀ ਕਿੰਨੇ ਹੁੰਦੀ ਹੈ? ਉੱਦਾਂ ਹੀ ਚੜ੍ਹਦੀ ਕਲਾ ਚਾਹੀਦੀ। ਦਰਅਸਲ ਅਸਲੀਅਤ ਇਹ ਵੇ
ਹਰ ਲੀਡਰ ਚੜ੍ਹਦੀ ਕਲਾ ਨਹੀਂ ਚਾਹੁੰਦਾ, ਹਰ ਲੀਡਰ ਆਪਣੀ ਕੁਰਸੀ ਨੂੰ ਚਾਹੁੰਦਾ ਹੈ। ਉਹਨੂੰ ਇਸ਼ੂ ਚਾਹੀਦੇ ਨੇ ਗੱਲ ਕਰਨ ਲਈ। ਪਿਆਰਿਓ, ਇੱਕ ਵਾਰ ਜਦੋਂ ਪੰਜਾਬੀ ਸੂਬਾ ਦਾ ਮੋਰਚਾ ਲੱਗਾ ਸੀ, ਪਤਾ ਲੱਗਾ ਵੀ ਸੰਤ ਫਤਿਹ ਸਿੰਘ ਜੀ ਉਹਨਾਂ ਨੇ ਭੁੱਖ ਹੜਤਾਲ ਕਰਨੀ ਹੈ। ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਖੁਰਾ ਨੂੰ ਵਿਸਣੇ ਮਿਲੇ ਵੀ ਸਾਰੀ ਕੌਮ ਇਕੱਠੀ, ਬਾਬਾ ਜੀ ਹੋਰਾਂ ਨੇ ਵੀ ਸਿੰਘ ਭੇਜੇ 5, ਗਿਆਨੀ ਪ੍ਰੀਤਮ ਸਿੰਘ ਮਸਤਾਨ ਉਹ ਦੱਸਦੇ ਨੇ ਵਿਦਵਾਨ ਸਨ, ਬੁਲਾਰੇ ਸੀ, ਕਵੀ ਸਨ, ਪਿਆਰ ਵਾਲੇ ਸਨ। ਉਹ ਕਿਵੇਂ ਆਏ ਸੰਗਤ ਵਿੱਚ, ਉਹਨਾਂ ਨੇ ਉਹ ਸਾਰਾ ਕੁਛ ਵਿਸਤਾਰ ਨਾਲ ਲਿਖਿਆ ਵੀ ਹੈ। ਉਹਨਾਂ ਦੀ ਵੀ ਡਿਊਟੀ ਲਾਈ ਵੀ ਜਾਓ, ਮੀਟਿੰਗ ਹੋ ਰਹੀ, ਸਿੰਘ ਸਾਹਿਬ ਭਾਈ ਭੁਪਿੰਦਰ ਸਿੰਘ ਜੀ ਮਿਲੇ ਬੜਾ ਅਦਬ ਨਾਲ, ਹੋਰ ਵੀ ਬੜਾ ਚਾਅ ਉਚੇਚਾ ਸਮਾਂ ਵੀ ਮਿਲਿਆ। ਦੱਸਿਆ ਵੀ ਸ੍ਰੀ ਅਕਾਲ ਤਖਤ ਸਾਹਿਬ 'ਤੇ ਜਾ ਕੇ ਸੰਤ ਫਤਿਹ ਸਿੰਘ ਜੀ ਹੋਰਾਂ ਨੂੰ ਮਿਲੇ, ਉਹਨਾਂ ਨੂੰ ਬੇਨਤੀ ਕੀਤੀ ਵੀ ਬਾਬਾ ਜੀ ਉਹਨਾਂ ਨੇ ਭੇਜਿਆ ਏ, ਭੁੱਖ ਹੜਤਾਲ 'ਤੇ ਤੁਹਾਡੇ ਨਾਲ 5 ਸਿੰਘ ਸਾਡੇ ਵੱਲੋਂ ਨਾਲ ਬਹਿਣਗੇ, ਮਰ ਜਾਣਗੇ ਪਰ ਉੱਠਣਗੇ ਨਹੀਂ, ਸਰੀਰ ਭਾਵੇਂ ਤਿਆਗ ਜਾਣ। ਬਚਨ ਹੁੰਦੇ ਨਾ, ਸਾਧੂ ਨੇ ਕਿਸੇ ਢੰਗ ਨਾਲ ਹੀ ਕਲਾ ਵਰਤਾਣੀ ਹੁੰਦੀ ਏ। ਉਹਨਾਂ ਨੇ ਅੱਗੋਂ ਹਾਂ ਵੀ ਕੀਤੀ, ਪਰ ਐਵੇਂ ਰੁੱਖੇ ਜੇ ਸੁਭਾਅ ਨਾਲ ਕੋਈ ਬਹੁਤਾ ਅੰਦਰੋਂ ਨਹੀਂ ਅਤੇ ਪਰਵਾਹ ਨਾ ਕੀਤੀ, ਕਿਉਂਕਿ ਸਾਨੂੰ ਇਸ ਗੱਲ ਦਾ ਵੱਡਾ ਹੀ ਪ੍ਰੋਬਲਮ ਹੋ ਜਾਂਦੀ ਅੰਦਰ ਨੂੰ, ਬਹੁਤ ਦੁੱਖ ਲੱਗਦਾ ਵੀ ਕ੍ਰੈਡਿਟ ਨਾ ਕਿਸੇ ਹੋਰ ਨੂੰ ਚਲੇ ਜਾਵੇ। ਬੜੇ ਬੜੇ ਵੱਡੇ ਕੰਮ ਸਾਧੂਆਂ ਨੇ ਛੋਏ, ਪਰ ਸਾਡੀ ਇਸ ਭੁੱਖ ਨੇ ਵੀ ਕਿਧਰੇ ਇਸ ਕੰਮ ਦਾ ਜਿਹੜਾ ਸਿਹਰਾ ਹੈ, ਕਿਸੇ ਨਾਲ ਲੋਕੀ ਕਹਿਣ ਵੀ ਫਲਾਣੇ ਸਾਧੂ ਨੇ ਕੀਤਾ ਅਤੇ ਅਸੀਂ ਨਹੀਂ ਕਰ ਸਕੇ, ਉਹਨਾਂ ਨੂੰ ਨਾ ਕਰਨਾ ਮਨਜ਼ੂਰ ਹੈ। ਕੌਮ ਜਿੱਧਰ ਮਰਜ਼ੀ ਜਾਵੇ, ਪਰ ਉਹ ਕਿਸੇ ਦੂਸਰੇ ਦਾ ਸਿਹਰਾ ਲੱਗਿਆ ਨਹੀਂ ਵੇਖ ਸਕਦੇ, ਸਿਹਰੇ ਆਪਣੇ 'ਤੇ ਚਾਹੁੰਦੇ ਨੇ, ਉਹ ਸਿਹਰੇ ਵੀ ਨਹੀਂ ਲੱਗਦੇ ਅਤੇ ਬਣਦਾ ਵੀ ਕੁਛ ਨਹੀਂ। ਸੋ ਇਸ ਕਰਕੇ ਚੇਤਾ ਰੱਖੀਏ, ਸਾਧੂ ਤਾਠੇ ਪੈਰ ਕੇਵਲ ਕੌਮ ਲਈ ਨਹੀਂ, ਦੇਸ਼ ਲਈ, ਮਨੁੱਖਤਾ ਦੇ ਹਰ ਅੰਗ ਲਈ ਆਪਾਂ ਕੁਰਬਾਨ ਕਰਨ ਨੂੰ ਤਿਆਰ ਰਹਿੰਦੇ ਨੇ। ਤਿਆਰ ਨਹੀਂ ਹੁੰਦੇ ਵਾਹਿਗੁਰੂ, ਇਹ ਵੀ ਸ਼ਬਦ ਨਿਕਲ ਗਿਆ ਹੈ, ਉਹ ਕਰ ਰਹੇ ਹੁੰਦੇ ਨੇ ਭਲਾ। ਉਹ ਤਾਂ ਰਹਿੰਦੀ ਧਰਤੀ 'ਤੇ ਜਿੰਨੇ ਪਲ ਨੇ, ਹਰ ਪਲ ਉਹ ਮਨੁੱਖਤਾ ਦਾ, ਕੌਮ ਦਾ, ਦੇਸ਼ ਦਾ ਉਹ ਭਲਾ ਹੀ ਭਲਾ ਕਰੀ ਜਾਂਦੇ ਨੇ ਵੀ ਹਰ ਜੀਵ ਅੰਦਰ ਗੁਣ ਪੈਦਾ ਕਰੇ ਅਤੇ ਸੁਖੀ ਹੋਵੇ। ਉਹਨਾਂ ਕੋਲ ਤਾਂ ਦੂਜਾ ਕੰਮ ਹੀ ਨਹੀਂ। ਅਸੀਂ ਕਹਿੰਦੇ ਉਹ ਕੁਝ ਸੋਚਦੇ ਨਹੀਂ, ਸੋਚਦੇ ਨਹੀਂ, ਉਹ ਕਰਦੇ ਨੇ। ਪ੍ਰੈਕਟੀਕਲ ਉਹ ਕਹਿੰਦੇ ਨਹੀਂ, ਉਹ ਕਰਕੇ ਵਿਖਾਉਂਦੇ ਨੇ। ਉਹ ਬਨੋਟੀ ਫੁੱਲਾਂ ਦੀ ਤਰ੍ਹਾਂ ਨਹੀਂ ਖੁੰਦੇ, ਉਹ ਖਿੜ ਕੇ ਖੁਸ਼ਬੂਆਂ ਅੱਠੇ ਪਹਿਰ ਵੰਡਦੇ ਨੇ। ਚੰਦਰਮਾ ਕਿਸੇ ਨੂੰ ਕਹਿੰਦਾ ਨਹੀਂ, ਪਰ ਠੰਡਕ ਦਿੰਦਾ ਬਗੈਰ ਕਹਿਣ ਤੋਂ। ਸੂਰਜ ਦੀ ਗਰਮੀ ਹਰ ਰੋਜ਼ ਬਗੈਰ ਨਾਗੇ ਤੋਂ ਹਰ ਰੋਜ਼ ਕਿਰਨਾਂ ਤੇ ਰੋਸ਼ਨੀ ਵੰਡਦਾ। ਸਾਧੂ ਅੱਠੇ ਪਹਿਰ ਰੋਸ਼ਨੀਆਂ ਵੰਡਦੇ ਨੇ। ਗੁਰੂ ਕੇ ਪਿਆਰਿਓ, ਪਰ ਉਹ ਪ੍ਰਵਾਨ ਨਾ ਹੋਇਆ ਅਤੇ ਜੋ ਕੁਛ ਮੰਗਦੀ ਸੀ ਕੌਮ, ਉਹ ਮਿਲਿਆ ਵੀ ਨਾ। ਕਿੱਧਰ ਦੀਆਂ ਕਿੱਧਰ ਕਹਾਣੀਆਂ ਗਈਆਂ। ਗੁਰੂ ਕੇ ਪਿਆਰਿਓ, ਕਹਿਣ ਤੋਂ ਮੁਰਾਦ ਉਹਨਾਂ ਪੂਰਿਆਂ ਦੇ ਹੱਥ ਵਿੱਚ ਸਭੋ ਕੁਝ ਹੁੰਦਾ ਜੋ ਉਹ ਚਾਹਣ ਕਰ ਸਕਣ। ਇੱਕ ਦਿਨ ਕੁਸ਼ਤੀਆਂ ਕਰਾ ਰਹੇ ਸਨ ਅਤੇ ਬਰਸਾਤ ਆ ਗਈ, ਭਈ ਸਾਰਾ ਕੁਝ ਇਹ ਬਣਿਆ ਬਣਾਈ ਖੇਡ ਵਿਗੜ ਜਾਣੀ। ਬਾਬਾ ਜੀ ਬਰਸਾਤ ਆ ਰਹੀ ਏ, ਬਰਸਾਤ ਪਵਾਣੀ ਵੀ ਹੋਵੇ ਅਤੇ ਰੋਕਣੀ। ਕਹਿੰਦੇ ਕੋਈ ਇੰਦਰ ਸਿੰਘ ਹੈ, ਜਿੰਨੇ ਇੰਦਰ ਸਿੰਘ ਨੇ ਬੁਲਾਓ ਸਾਰਿਆਂ ਨੂੰ, ਹਾਸੇ ਨਾਲ ਹੀ ਬਖਸ਼ਾਂ ਕਰਨੀਆਂ। ਇੰਦਰ ਸਿੰਘ ਇਕੱਠੇ ਹੋ ਗਏ, ਕਹਿੰਦੇ ਇੰਦਰੋ ਤੁਸੀਂ ਇੰਦਰ ਹੋ, ਇੰਦਰ ਨੂੰ ਕਹੋ ਥੋੜ੍ਹਾ ਰੁਕ ਜਾਵੇ। ਘਵਾਓ ਉਹਨਾਂ ਤੋਂ ਲਿਆ ਅਤੇ ਬਾਰਿਸ਼ ਰੋਕ ਦਿੱਤੀ। ਪਵਾਨ ਲਈ ਵੀ ਇਸੇ ਤਰ੍ਹਾਂ ਹੀ ਉਹ ਕਰ ਲਿਆ ਕਰਦੇ ਸਨ। ਗੁਰੂ ਕੇ ਪਿਆਰਿਓ, ਜੀ ਤਾਂ ਚਾਹੁੰਦਾ ਹੈ ਇੱਕ ਤੋਂ ਬਾਅਦ ਦੂਜੀ ਤੀਜੀ ਕਹਾਣੀਆਂ ਜੋ ਜੋ ਵਰਤੀਆਂ ਪਈ ਉਹਨਾਂ 'ਚੋਂ ਕਰੀ ਜਾਈਏ, ਪਰ ਉਹ ਤਾਂ ਬੇਅੰਤ ਵੱਡਾ ਖਜ਼ਾਨਾ ਹੈ ਅਤੇ ਉਸ ਖਜ਼ਾਨੇ ਦਾ ਕੋਈ ਅੰਤ ਹੀ ਨਹੀਂ ਹੈ। ਇਸ ਕਰਕੇ ਬਾਬਾ ਜੀ ਖੁਰਾ ਨੇ, ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਖੁਰਾ ਤੋਂ ਕਿਸੇ ਨੇ ਦੁੱਧ ਮੰਗਿਆ, ਪੁੱਤ ਮੰਗਿਆ, ਅੰਮ੍ਰਿਤ ਦੀ ਦਾਤ ਮੰਗੀ। ਪਿਆਰਿਓ, ਰੂਹਾਨੀਅਤ ਦੀਆਂ ਉੱਚੀਆਂ ਮੰਜ਼ਲਾਂ ਮੰਗੀਆਂ, ਸਭੋ ਕੁਛ ਦਿੱਤਾ 13 ਸਾਲਾਂ ਦੇ ਅੰਦਰ। ਉਹ ਕਈ ਵਾਰ ਹੈ ਨਾ ਬੜੀਆਂ ਹਾਸੇ ਪਾਣੇ 'ਚ ਹੀ ਪਾ ਕੇ ਗੱਲਾਂ ਕਰਦੇ। ਇੱਕ ਬਜ਼ੁਰਗ ਆਇਆ ਅਤੇ ਉਸ ਬਜ਼ੁਰਗ ਨੇ ਬਹੁਤ ਪਿਆਰ ਨਾਲ ਆ ਕੇ ਮਹਾਂਪੁਰਖਾਂ ਨੂੰ ਜੋੜਾ ਭੇਟ ਕੀਤਾ। ਉਹ ਉੱਚਾ ਸੁਣਦੇ ਸੀ, ਥੋੜ੍ਹਾ ਬੋਲਦੇ ਸਨ। ਉੱਚਾ ਸੁਣਨ ਕਰਕੇ ਉਹਨਾਂ ਨੇ ਨਾ ਜੋੜਾ ਭੇਟ ਕੀਤਾ ਅਤੇ ਕਹਿੰਦੇ ਜੀ ਹੁਣ ਨਹੀਂ ਮੈਂ ਕਹਿੰਦਾ,
ਭਈ ਇਹ ਜੋੜਾ ਬਹੁਤ ਚੰਗਾ ਹੈ। ਹੁਣ ਨਹੀਂ ਮੈਂ ਕਹਿੰਦੇ ਕਹੀ ਜਾਣ ਜੋੜਾ ਪ੍ਰਵਾਨ ਕਰ ਲਓ, ਇਹ ਜੋੜਾ ਪ੍ਰਵਾਨ ਕਰ ਲਓ, ਬਸ ਇਸੇ ਤਰ੍ਹਾਂ ਕਹੀ ਜਾਣ, ਇਹ ਨਹੀਂ ਭਈ ਕੁਛ ਹੋਰ। ਬਾਬਾ ਜੀ ਨੇ ਕਿਹਾ ਪ੍ਰਵਾਨ ਹੈ, ਠੀਕ ਹੈ। ਉਹਨੇ ਸੁਣਿਆ ਨਹੀਂ। ਬਾਬਾ ਜੀ ਖੁਰੀ ਪ੍ਰੇਮੀ ਨੂੰ ਕਹਿੰਦੇ, ਮਸਤਾਨਾ ਜੀ ਕਹਿੰਦੇ ਮੈਨੂੰ ਕਹਿੰਦੇ ਇਹਨਾਂ ਨੂੰ ਕਹੋ ਭਈ ਇਸ ਤਰ੍ਹਾਂ ਕਿਉਂ ਕਹਿਣਾ। ਕਹਿੰਦਾ ਮੈਂ ਵੱਡੇ ਆ ਬਾਬਾ ਜੀ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਕੋਲ ਜੋੜਾ ਲੈ ਕੇ ਆਇਆ ਅਤੇ ਮੈਂ ਕਹਿ ਬੈਠਾ ਵੀ ਬਹੁਤ ਚੰਗਾ ਜੋੜਾ ਹੈ ਜੀ, ਤੁਹਾਡੇ ਪੂਰਾ ਫਿੱਟ ਆਏਗਾ, ਪੂਰਾ ਆਏਗਾ। ਭਾਓ ਉਹ ਪੈਣ ਕਦੇ ਛੋਟਾ ਹੋ ਜਾਏ, ਕਦੇ ਵੱਡਾ ਹੋ ਜਾਏ। ਕਹਿੰਦੇ ਮੈਂ ਬਹੁਤ ਪਛਤਾਇਆ, ਹੁਣ ਨਹੀਂ ਮੈਂ ਕਹਿਣਾ, ਮੈਨੂੰ ਖੁਸ਼ੀ ਚਾਹੀਦੀ ਏ। ਬਾਬਾ ਜੀ ਅਸੀਂ ਜਾਣ ਕਹਿੰਦੇ ਇਹਨੂੰ ਕਹਿ ਦਿਓ ਅਸੀਂ ਤੇਰੇ 'ਤੇ ਪੂਰੇ ਖੁਸ਼ ਹਾਂ। ਜਦੋਂ ਉਹਨੂੰ ਕਿਹਾ ਪੂਰੇ ਖੁਸ਼ ਹਾਂ, ਉਦੋਂ ਕਹਿੰਦਾ ਠੀਕ ਹੈ, ਉੱਠ ਕੇ ਚਲਾ ਗਿਆ। ਇੱਕ ਵਾਰ ਇਸੇ ਤਰ੍ਹਾਂ ਦੋ ਪ੍ਰੇਮੀ ਆ ਗਏ, ਉਹਨਾਂ ਨੇ ਨਾ ਬਾਬਾ ਜੀ ਹੋਰਾਂ ਨੂੰ ਕੁਝ ਸੇਵਾ ਕੀਤੀ। ਉਦੋਂ ਭਾਈ ਕੀ ਸਮਾਧ ਸਨ, ਸੇਵਾ ਕੀਤੀ ਅਤੇ ਬੜੇ ਖੁਸ਼ੀ ਨਾਲ, ਅੰਦਰੋਂ ਭੋਲੇ ਭਾਅ ਬਹੁਤ ਸਨ। ਜਿਹੜੀਆਂ ਰੱਬ ਅਤੇ ਸਾਧੂ ਹੈ ਨਾ, ਭੋਲੇ ਭਾਅ 'ਤੇ ਬਹੁਤ ਰੀਝਦਾ। ਦੁਨੀਆ ਚਲਾਕੀ ਅਤੇ ਸੋਹਣੇ ਸੋਹਣੇ ਸ਼ਬਦਾਂ 'ਤੇ ਰੀਝਦੀ ਹੈ। ਰੱਬ ਦਾ ਸੁਭਾਅ ਜਿਵੇਂ ਸਾਹਿਬ ਕਹਿੰਦੇ ਨਾ, ਭੋਲੇ ਪਾਏ ਮਿਲੇ ਰਘੁਰਾਇਆ, ਕੋ ਕਬੀਰ ਭਗਤ ਹਰ ਪਾਇਆ। ਭਾਈ ਸਾਹਿਬ ਕਹਿੰਦੇ ਨੇ ਭੋਲਾ ਭਾਉ। ਭਾਈ ਗੁਰਦਾਸ ਸਾਹਿਬ ਦੇ ਬਚਨ ਨੇ, ਗੋਬਿੰਦ ਭਾਉ ਭਗਤਾ ਭੁੱਖਾ ਵਿਖੈ, ਵੀ ਪ੍ਰੇਮਾ ਭਗਤੀ ਭੋਲਾ ਭਾਅ। ਉਹ ਕਹਿਣ ਲੱਗੇ ਜੀ ਬਾਬਾ ਜੀ ਦੀ ਸੇਵਾ ਕੀਤੀ। ਬਾਬਾ ਜੀ ਕਹਿੰਦੇ ਜੀ ਪਹਿਲੀ ਵਾਰੀ ਆਇਓ ਕਿ ਪਹਿਲਾਂ ਵੀ? ਕਹਿੰਦੇ ਪਹਿਲੀ ਵਾਰੀ ਦਰਸ਼ਨ ਦਿੱਤੇ। ਕਹਿਣ ਲੱਗੇ ਨਹੀਂ ਅੱਗੇ ਵੀ ਤੁਹਾਨੂੰ ਦਰਸ਼ਨ ਦਿੱਤੇ ਸੀ ਅਸੀਂ, ਪਿਆਰ ਸੀ ਨਾ ਅੰਦਰ, ਇਹ ਨਹੀਂ ਕਿਹਾ ਸੀ ਦਰਸ਼ਨ ਕੀਤੇ। ਕਹਿੰਦੇ ਦਰਸ਼ਨ ਦਿੱਤੇ ਸੀ, ਤੁਸੀਂ ਸਾਡੇ ਪਿੰਡ ਆਏ ਸੀ, ਤੁਹਾਡੀ ਬਹੁਤ ਸੇਵਾ ਕੀਤੀ ਸੀ, ਬਹੁਤ ਸੇਵਾ ਕੀਤੀ ਸੀ। ਕਹਿਣ ਲੱਗੇ ਅੱਛਾ ਤੁਸੀਂ ਬਹੁਤ ਸੇਵਾ ਕੀਤੀ ਸੀ? ਹਾਂ। ਕਹਿਣ ਲੱਗੇ ਫਿਰ ਬਹੁਤ ਚੰਗਾ ਕੀਤਾ। ਕਹਿੰਦੇ ਬੜੀ ਸਾਨੂੰ ਕਿਸੇ ਨੇ ਦੱਸਿਆ ਸੀ ਵੀ ਬਾਬਾ ਜੀ ਆ ਰਹੇ, ਸੇਵਾ ਕਰਨੀ ਚਾਹੀਦੀ ਹੈ। ਸਾਰੇ ਪਿੰਡ ਨੇ ਸਾਨੂੰ ਪਤਾ ਤੁਸੀਂ ਇੱਥੋਂ ਲੰਘਣਾ ਸੀ, ਅਸੀਂ ਰਸਤੇ 'ਚ ਹੀ ਰੋਕ ਕੇ। ਇੱਕ ਮੈਂ ਹੋਰ ਬੇਨਤੀ ਕਰਾਂ, ਗੱਲ ਚੇਤਾ, ਜਿੱਧਰੋਂ ਜਿਨ੍ਹਾਂ ਰਾਹਾਂ ਤੋਂ ਲੰਘਣਾ ਹੁੰਦਾ ਸੀ ਨਾ, ਪਤਾ ਲੱਗ ਜਾਂਦਾ ਸੰਗਤ ਨੂੰ। ਧੰਨ ਧੰਨ ਬਾਬਾ ਆਨੰਦ ਸਿੰਘ ਹੋਰਾਂ ਨੇ, ਇਸੇ ਤਰ੍ਹਾਂ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਵਾਲਿਆਂ ਨੇ, ਪਿੰਡਾਂ ਦੇ ਪਿੰਡ ਰਸਤੇ 'ਚ ਹੀ ਸੰਗਤ ਸਾਹਮਣੇ ਆ ਕੇ ਖਲੋ ਜਾਂਦੀ ਸੀ, ਭਈ ਤੁਰੇ ਜਾਂਦਿਆਂ ਹੀ ਜੋ ਮੰਗਾਂਗੇ ਉਹ ਮਿਲ ਜਾਣ, ਉਹਨਾਂ ਦੇ ਦਰਸ਼ਨ ਕਰ ਲਈਏ। ਸੰਗਤ ਇਸ ਤਰ੍ਹਾਂ ਬਹੁਤ ਭੁਗਤ ਜਾਂਦੀ ਸੀ, ਤਾਂ ਹੀ ਤਾਂ ਲੱਖਾਂ ਤੱਕ ਉਹਨਾਂ ਦੀ ਪਹੁੰਚ ਹੋਈ। ਜਦੋਂ ਕਹਿੰਦੇ ਤੁਸੀਂ ਜਾਣਾ ਸੀ, ਇਸੇ ਰਸਤੇ 'ਚ ਪਿੰਡ ਨੇ ਬਹੁਤ ਸੇਵਾ ਕੀਤੀ। ਕਹਿੰਦੇ ਅੱਛਾ ਫਿਰ ਹੁਣ ਕਿਵੇਂ ਆਇਓ? ਕਹਿੰਦੇ ਜੀ ਸਾਡੇ ਪਿੰਡ ਤੁਸੀਂ ਦਰਸ਼ਨ ਦਿਓ, ਉੱਥੇ ਦੀਵਾਨ ਲਾਓ। ਬਾਬਾ ਜੀ ਕਹਿੰਦੇ ਵੀ ਸਾਡੀ ਤਾਂ ਭੇਟਾ ਬੜੀ ਹੈ। ਕਹਿਣ ਲੱਗੇ ਅੱਛਾ ਭੇਟਾ ਦੇ ਦਿਆਂਗੇ, ਕੋਈ ਗੱਲ ਨਹੀਂ, ਜੇ ਭੇਟਾ ਮੰਗਦੇ ਹੋ ਭੇਟਾ ਦੇ ਦਿਆਂਗੇ। ਕਹਿਣ ਲੱਗੇ ਸਾਡੀ ਭੇਟਾ ਬਹੁਤ ਹੈ। ਕਹਿਣ ਲੱਗੇ ਕੋਈ ਨਹੀਂ, ਜਦੋਂ ਅਸੀਂ ਤੁਰੇ ਸਾਨੂੰ ਪਿੰਡ ਦਿਆਂ ਨੇ ਕਿਹਾ ਸੀ ਵੀ ਦੀਵਾਨ ਲੈ ਕੇ ਆਉਣੇ, ਭੇਟਾ ਕੋਈ ਨਹੀਂ ਅਸੀਂ ਇਕੱਠੀ ਕਰਕੇ ਦੇ ਦਿਆਂਗੇ। ਕਹਿਣ ਲੱਗੇ ਵੇਖ ਲੈ ਭੇਟਾ ਬਹੁਤ ਹੁੰਦੀ ਏ। ਬਾਬਾ ਜੀ ਤੇਲ ਤੂਲ ਹੀ ਤੁਸੀਂ ਪਵਾਉਣਾ ਗੱਡੀਆਂ 'ਚ, ਅਸੀਂ ਪਵਾ ਦਿਆਂਗੇ। ਕਹਿਣ ਲੱਗੇ ਨਹੀਂ ਜ਼ਿਆਦੀ। ਕਹਿੰਦੇ ਕੋਈ ਨਹੀਂ ਚਲੋ ਹੋਰ ਵੀ ਦੇ ਦਿਆਂਗੇ। ਸਾਨੂੰ ਪਿੰਡ ਦਿਆਂ ਨੇ ਪੱਕੀ ਕੀਤੀ ਵੀ ਭੇਟਾ ਉਹਨਾਂ ਮੰਗਣੀ ਏ ਅਤੇ ਨਾ ਨਾ ਕਰੀ। ਪੂਰੇ ਪੋਲੇ, ਇਹ ਨਹੀਂ ਵੀ ਚਲਾਕੀ ਨਾਲ, ਅੰਦਰ ਬੋਲ ਰਿਹਾ ਸੀ ਸੱਚ। ਬਾਬਾ ਜੀ ਓਨਾ ਹੀ ਖੁਸ਼ ਹੋਈ ਜਾ ਰਹੇ ਸਨ ਵੀ ਕਿਵੇਂ ਭੋਲੇ ਭਾਗ ਕਿਰਪਾ, ਅੰਦਰੋਂ ਇਹਨਾਂ ਦੇ ਲੈਣ ਦਾ ਬਰਤਨ ਤਿਆਰ ਹੈ। ਕਹਿਣ ਲੱਗੇ ਸਾਡੀ ਭੇਟਾ ਸੁਣ ਲਓ ਬਹੁਤ ਜ਼ਿਆਦੀ ਏ। ਕਹਿੰਦੇ ਦੱਸੋ ਬਾਬਾ ਜੀ, ਕਰਾਂਗੇ ਫਿਰ ਜਿਵੇਂ ਔਖੇ ਸੌਖੇ ਹੋ ਕੇ ਹੋਈ ਸਾਥੋਂ। ਕਹਿਣ ਲੱਗੇ ਫਿਰ ਇਹ ਵੇ ਵੀ ਤੁਸੀਂ ਅਸੀਂ ਦੀਵਾਨ ਦਿਆਂਗੇ, ਸਾਰੇ ਪਿੰਡ ਨੂੰ ਅੰਮ੍ਰਿਤ ਛਕਣਾ ਪਏਗਾ। ਕਹਿੰਦਾ ਇਹ ਨਹੀਂ ਸਾਡੇ ਤੋਂ ਖੋਣਾ, ਸਾਡੇ ਆਖੇ ਕਿੰਨੇ ਲੱਗਣਾ? ਬਾਬਾ ਜੀ ਕਹਿੰਦੇ ਫਿਰ ਤੁਸੀਂ ਲੱਗ ਜਾਓ, ਤੁਸੀਂ ਛਕ ਲਓ। ਹਾਂ ਅਸੀਂ ਛਕ ਲੈਂਦੇ ਹਾਂ, ਠੀਕ ਹੈ, ਸਾਨੂੰ ਛਕਾ ਦਿਓ। ਬਾਬਾ ਜੀ ਨੇ ਉਹਨਾਂ ਨੂੰ ਅੰਮ੍ਰਿਤ ਛਕਾਇਆ, ਖੁਸ਼ ਦੀਵਾਨ ਦਿੱਤੇ। ਫਿਰ ਸਾਰੇ ਪਿੰਡ ਨੇ ਕਿੱਥੇ ਭੱਜਣਾ ਸੀ, ਫਿਰ ਕਈ ਪਿੰਡਾਂ ਨੇ ਜੀ ਸੰਗਤ ਨੇ ਅੰਮ੍ਰਿਤ ਛਕਿਆ। ਫਿਰ ਕਹਿਣ ਤੋਂ ਮੁਰਾਦ ਇੱਕ ਇੱਕ ਬਚਨ ਵਿੱਚ ਤਾਕਤ ਹੈ। ਉਹ ਬਚਨ ਜਿੱਧਰ ਨਿਗਾਹ ਪਾ ਲੈਣ ਉੱਧਰ ਵੀ ਬਖਸ਼ਾਂ ਵਰਤ ਜਾਂਦੀਆਂ ਨੇ। ਇੱਕ ਬਚਨ ਗਿਆਨੀ ਪ੍ਰੀਤਮ ਸਿੰਘ ਮਸਤਾਨਾ ਦਾ ਕਹਿ ਕੇ ਸਮਾਪਤੀ ਕਰੀਏ, ਕਿਉਂਕਿ ਮੈਂ ਪਹਿਲਾਂ ਹੀ ਕਿਹਾ ਵੀ ਉਹ ਤਾਂ ਗਿਣੇ ਨਹੀਂ ਨਾ ਜਾਂਦੇ ਬਚਨ। ਇਹ ਨਹੀਂ ਆਪਾਂ ਕਹਿ ਰਹੇ
ਵੀ ਆਪਾਂ 1 ਘੰਟੇ ਵਿੱਚ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਉਹਨਾਂ ਦਾ ਜੀਵਨ ਸਾਂਝਾ ਕੀਤਾ, ਬਿਲਕੁਲ ਨਹੀਂ, ਕੋਈ ਕਰ ਹੀ ਨਹੀਂ ਸਕਦਾ। ਜੀਵਨ ਤੇ ਕਈ ਸਵੇਰ ਤੋਂ ਸ਼ਾਮ ਤੱਕ ਜਾਂ 8 ਪਹਿਰਾਂ 4 ਪਹਿਰਾਂ ਜਿੰਨੀ ਕਲਾ ਵਰਤ ਜਾਂਦੀ ਪੂਰਨ ਸਾਧੂਆਂ ਦੇ ਨੇਤਰਾਂ 'ਚੋਂ, ਬਚਨਾਂ 'ਚੋਂ, ਹੱਥਾਂ 'ਚੋਂ, ਚਰਨਾਂ 'ਚੋਂ, ਉਹਨੂੰ ਵੀ ਬਿਆਨ ਕਰਨਾ ਔਖਾ ਹੁੰਦਾ ਹੈ। ਹਾਂ, ਸਦਕੇ ਜਾਈਏ, ਕੁਰਬਾਨ ਜਾਈਏ, ਬਸ ਉਹਦੇ ਵਿੱਚ ਹੀ ਸਾਡਾ ਭਲਾ ਹੈ। ਜੋ ਮਹਾਰਾਜ ਪੰਚਮ ਪਿਤਾ ਨੇ ਆਰੰਭ ਵਿੱਚ ਇੱਕ ਸ਼ਬਦ ਦੇ ਰਾਹੀਂ ਤੁਹਾਡੇ ਨਾਲ ਸਾਂਝਾ ਕੀਤਾ, ਕਿਹਾ ਸਾਡੀ ਉਹ ਅਰਦਾਸ ਹੈ। ਯਾਨੀ ਪ੍ਰੀਤਮ ਸਿੰਘ ਕਹਿੰਦੇ ਮੈਂ ਤੇ ਤਰਕਵਾਦੀ ਸਾਂ, ਉਲਟਾ ਸਾਂ ਸਾਧੂਆਂ ਸੰਤਾਂ ਦੇ, ਪਰ ਮੋਗੇ ਵਿੱਚ ਅਚਾਨਕ ਗੇਟ ਬੰਦ ਸੀ ਰੇਲ ਗੱਡੀ ਦਾ, ਟ੍ਰੇਨ ਦਾ, ਉੱਥੇ ਗੱਡੀ ਖਲੋਤੀ ਹੈ, ਉੱਥੇ ਮੈਂ ਸਾਈਕਲ 'ਤੇ ਸਾਂ, ਅਚਾਨਕ ਨਿਗਾਹ ਪੈ ਗਈ ਅਤੇ ਕਹਿੰਦੇ ਗੱਡੀ ਚਿੱਟੀ ਚਾਦਰ ਵਿਛੀ, ਉੱਪਰ ਬਾਬਾ ਈਸ਼ਰ ਸਿੰਘ ਜੀ ਬੈਠੇ ਅਤੇ ਮੈਂ ਉਹ ਵੇਖਿਆ ਵੀ ਕੌਣ ਨੇ। ਕਿਸੇ ਨੂੰ ਪੁੱਛਿਆ, ਕਹਿੰਦੇ ਨਾਨਕਸਰ ਵਾਲੇ ਬਾਬਾ ਈਸ਼ਰ ਸਿੰਘ ਜੀ ਨੇ। ਕਹਿੰਦੇ ਮੈਂ ਉਹਨਾਂ ਵੱਲ ਤੱਕਿਆ ਚੰਗੀ ਤਰ੍ਹਾਂ, ਮੇਰੇ ਵੱਲ, ਅਤੇ ਅੱਗੇ ਤੁਰ ਪਿਆ ਵੀ ਐਵੇਂ ਸਾਹ ਤੁਰੇ ਫਿਰਦੇ ਨੇ। ਦਫ਼ਤਰ ਜਾਣਾ ਸੀ, ਦਫ਼ਤਰ ਗਿਆ, ਮੈਂ ਕੁੰਡੀ ਖੋਲ੍ਹੀ, ਪਰ ਜਿਹੜਾ ਬਾਬਾ ਜੀ ਨੇ ਤੱਕਿਆ ਨਾ ਇੱਕ ਵਾਰੀ, ਬਸ ਉਸ ਨੇ ਕਲਾ ਵਰਤਾ ਦਿੱਤੀ। ਲੰਬੀ ਚੌੜੀ ਉਹਨਾਂ ਨੇ ਕਹਾਣੀ ਲਿਖੀ ਜੋ ਉਹਨਾਂ ਦੇ ਨਾਲ ਵਾਪਰੀ, ਅਤੇ ਐਸਾ ਹੁੰਦਾ ਹੈ। ਪਰ ਦਫ਼ਤਰ 'ਚ ਗਏ ਅੱਗੇ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਸਰੂਪ, ਅਸੀਂ ਫੋਟੋ ਨਹੀਂ ਕਹਿੰਦੇ, ਪਿਆਰ ਸਤਿਕਾਰ ਦੇਣਾ ਚਾਹੀਦਾ ਹੈ। ਸਰੂਪ ਫੋਟੋ ਦੇ ਰੂਪ 'ਚ ਲੱਗਾ ਸੀ। ਕਹਿੰਦੇ ਮੈਨੂੰ ਵੇਖ ਕੇ ਨਾ ਇੱਕਦਮ ਬਦੋ ਬਦੀ ਮੇਰਾ ਰੋਣਾ ਹੀ ਨਿਕਲੀ ਜਾਵੇ ਅਤੇ ਹੱਥ ਜੁੜੀ ਜਾਣ, ਇੰਝ ਲੱਗੇ ਅੱਜ ਫੋਟੋ ਨਹੀਂ, ਆਪ ਹੀ ਮਹਾਰਾਜ ਮੇਰੇ ਸਾਹਮਣੇ ਖਲੋਤੇ ਨੇ। ਮੈਂ ਕੁੰਡਾ ਮਾਰ ਲਿਆ ਵੀ ਇੱਕ ਹੋਰ ਦਫ਼ਤਰ 'ਚ ਆਵੇ ਨਾ। ਕਿੰਨਾ ਸਮਾਂ ਕੀ ਰੋਂਦਾ ਰਿਹਾ ਅਤੇ ਸਤਿਗੁਰੂ ਦੀ ਹਾਜ਼ਰੀ ਖਜ਼ੂਰੀ ਮਹਿਸੂਸ ਕਰਦਾ ਰਿਹਾ। ਫਿਰ ਉਹ ਪ੍ਰਤੱਖ ਹੋਇਆ, ਉਸ ਤੋਂ ਬਾਅਦ ਕਿਵੇਂ ਕਿਵੇਂ ਫਿਰ ਮਨ ਡੋਲਦਾ ਆਉਂਦੇ। ਪਰ ਇੱਕ ਗੱਲ ਦਾ ਪਤਾ ਹੈ, ਜਿੱਧਰ ਵੀ ਬਾਬਾ ਜੀ ਨੇ ਇੱਕ ਵਾਰੀ ਤੱਕ ਲਿਆ ਮਿਹਰ ਭਰੀ ਨਿਗਾਹ ਨਾਲ, ਇੱਕਦਮ ਜੀਵਨ ਬਦਲ ਜਾਂਦੇ। ਇੱਕਦਮ ਉਹ ਜੀਵਨ ਬਦਲੇ ਦੀ ਕੀ ਨਿਸ਼ਾਨੀ, ਉਹਨੂੰ ਸਤਿਗੁਰੂ ਜੀ ਪਿਆਰੇ ਲੱਗਦੇ ਨੇ, ਉਹਨਾਂ ਨੂੰ ਅੰਦਰ ਵੈਰਾਗ ਉੱਠ ਖਲੋਂਦਾ। ਦੁਨੀਆ ਛੱਡਣਾ ਚਾਹੁੰਦੇ ਤੇ ਕੇਵਲ ਰੱਬ ਦਾ ਪੱਲਾ ਪਕੜਨਗੇ। ਉਹ ਇੱਕਦਮ ਇਹ ਕਲਾ ਵਰਤਦੀ ਕਿਹਦੇ ਨਾਲ, ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ। ਜਦੋਂ ਕਿਸੇ ਬਖਸ਼ੇ ਦੀ ਨਿਗਾਹ ਪੈ ਜਾਵੇ, ਇੱਕ ਨਿਗਾਹ ਪੈ ਗਈ, ਕਰੋੜਾਂ ਜਨਮਾਂ ਦੇ ਪਾਪ ਬਖਸ਼ੇ ਜਾਂਦੇ ਨੇ। ਉਹ ਨਿਗਾਹ ਸਵੱਲੀ ਸਤਿਗੁਰੂ ਜੀ ਆਪ ਕਰਨ, ਪੂਰਨ ਸਾਧੂ ਦੀ ਸੰਗਤ ਮਿਲੇ, ਅਤੇ ਫਿਰ ਉੱਥੇ ਜਿਹੜੀ ਕਲਾ ਵਰਤਦੀ ਉਹ ਜ਼ਿੰਦਗੀ ਇੱਕ ਵੱਖਰੀ ਹੋਇਆ ਕਰਦੀ। ਉਹ ਜ਼ਿੰਦਗੀ ਜਿਉਣ ਦਾ ਢੰਗ ਹੀ ਵੱਖਰਾ। ਪਿਆਰਿਓ, ਬਹੁਤ ਪਿਆਰਾ ਉਹਨਾਂ ਦੀਆਂ ਬਖਸ਼ਾਈ ਵਿੱਚੋਂ ਬੋਲਦੀਆਂ, ਅਤੇ ਉਹਨਾਂ ਦੇ ਬਚਨ ਨੇ ਬਹੁਤ ਪਿਆਰਾ। ਜ਼ਿੰਦਗੀ ਲੱਗਦੀ ਆਪਣੀ ਜਈ, ਜਦੋਂ ਦਾ ਸਾਨੂੰ ਤੂੰ ਮਿਲਿਆ। ਜ਼ਿੰਦਗੀ ਲੱਗਦੀ ਆਪਣੀ ਜਈ, ਜਦੋਂ ਦਾ ਸਾਨੂੰ ਤੂੰ ਮਿਲਿਆ। ਜਦੋਂ ਦਾ ਪੂਰਾ ਮਿਲ ਆਏ ਉਦੋਂ ਦੀ ਜ਼ਿੰਦਗੀ ਲੱਗਦੀ ਹੈ ਕੋਈ ਜ਼ਿੰਦਗੀ ਹੈ ਮੇਰੀ। ਨਹੀਂ ਤਾਂ ਬੰਦਾ ਇਸ ਜ਼ਿੰਦਗੀ ਨੂੰ ਜਿਉਂ ਜਾਂਦਾ, ਇਹਦਾ ਕੋਈ ਸੁੱਖ ਸਵਾਦ ਨਹੀਂ। ਰੋਂਦਿਆਂ ਧੋਂਦੇ ਸਾਹਿਬ ਕਹਿੰਦੇ ਜਦੋਂ ਉਹਦੀ ਬਖਸ਼ਿਸ਼ ਹੋਵੇ ਨਾ, ਫਿਰ ਕੀ ਹੁੰਦਾ ਹੈ। ਜਬ ਤੇ ਦਰਸ਼ਨ ਭੇਟੇ ਸਾਧੂ, ਭਲੇ ਦਿਨ ਸੋਇਆ ਏ। ਮਾਨੰਦ ਸਦਾ ਕਰ ਕੀਰਤਨ, ਪੁਰਖ ਵਿਦਾਤਾ ਪਾਏ। ਜਦੋਂ ਦਰਸ਼ਨ ਖੋਜਣ ਉਹ ਭਲੇ ਦਿਨ ਆ ਜਾਂਦੇ ਨੇ। ਸਤਿਗੁਰੂ ਜੀ ਕਿਰਪਾ ਕਰਨ। ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ, ਝੋਰੜਾਂ ਵਾਲੇ, ਕਿਉਂਕਿ ਝੋਰੜਾਂ ਤੋਂ ਜੀਵਨ ਯਾਤਰਾ ਸ਼ੁਰੂ ਹੋਈ, ਇਸ ਲਈ ਪਿਆਰਿਓ ਝੋਰੜਾਂ ਵੀ ਕਹਿ ਲਿਆ ਜਾਂਦਾ ਹੈ। ਉੱਥੋਂ ਵਾਲੇ 1913 29 ਮਾਰਚ ਤੋਂ ਲੈ 7 ਅਕਤੂਬਰ 1963 ਤੱਕ ਪਿਆਰਿਓ ਸਾਡੇ ਸਭਨਾਂ ਲਈ ਗੁਰੂ ਨਾਨਕ ਸਾਹਿਬ ਜੀ ਦੀਆਂ ਬਖਸ਼ਾਂ ਵੰਡਣ ਲਈ ਆਏ। ਵੰਡ ਗਏ, ਵੰਡ ਰਹੇ ਅਤੇ ਵੰਡਦੇ ਰਹਿਣਗੇ। ਉਹਨਾਂ ਬਖਸ਼ਾਂ ਨੂੰ ਸਦਾ ਹੀ
ਆਪਾਂ ਮਾਣ ਕੇ ਖੁਦ ਅੰਮ੍ਰਿਤਧਾਰੀ ਹੋਈਏ, ਖੁਦ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਰੱਜ ਕੇ ਪਿਆਰ ਕਰੀਏ, ਉਹਨਾਂ ਦੇ ਬਚਨ ਕਮਾਈਏ, ਫਿਰ ਹੀ ਸਾਡਾ ਪਿਆਰਿਓ ਜੀਵਨ ਸਫਲ ਆਏ ਅਤੇ ਬੰਦਗੀ ਕਰਾਂਗੇ ਪੂਰਨ ਸਾਧੂ ਮਿਲਦਾ ਏ। ਉਹ ਮਿਲੇ ਅਤੇ ਫਿਰ ਅੰਦਰੋਂ ਜੋ ਗੁਰਬਾਣੀ ਕਹਿੰਦੀ ਇੱਕ ਇੱਕ ਚੀਜ਼ ਦੇ ਦਰਸ਼ਨ ਉਹ ਫਿਰ ਅਮਲੀ ਤੌਰ 'ਤੇ ਕਰਵਾਈ ਜਾਂਦੇ ਨੇ, ਕਿਉਂਕਿ ਭਾਂਡਾ ਪਹਿਲਾਂ ਤਿਆਰ ਕਰਨਾ ਪੈਂਦਾ ਹੈ ਨਾ। ਸ਼ੇਰਨੀ ਦਾ ਦੁੱਧ ਸੋਨੇ ਦੇ ਬਰਤਨ ਵਿੱਚ ਹੀ ਜੰਮਦਾ, ਦੂਸਰੇ ਬਰਤਨ ਫਟ ਜਾਂਦੇ ਨੇ। ਧੰਨ ਗੁਰੂ ਗ੍ਰੰਥ ਸਾਹਿਬ ਦੀਆਂ ਬਖਸ਼ਾਂ ਨੂੰ ਅੰਦਰੋਂ ਪ੍ਰਗਟ ਕਰਨ ਲਈ ਪਹਿਲਾਂ ਪਿਆਰ ਵਾਲਾ ਭਾਂਡਾ, ਕਮਾਈ ਦਾ ਭਾਂਡਾ, ਸੇਵਾ ਸਿਮਰਨ ਕਰ ਕਰਕੇ ਭਾਂਡਾ ਤਿਆਰ ਕਰੀਏ, ਫਿਰ ਉਹ ਜਿਹੜੀ ਇੱਕ ਇੱਕ ਚੀਜ਼ ਮਹਾਰਾਜ ਜੋ ਕਹਿੰਦੇ ਨੇ ਉਹ ਸਾਧੂ ਦੇ ਕੋਲ ਰਹਿ ਕੇ ਅਸੀਂ ਦੇਖ ਸਕਾਂਗੇ। ਉਹਨਾਂ ਅੰਦਰੋਂ ਨਹੀਂ, ਆਪਣੇ ਅੰਦਰੋਂ। ਸਤਿਗੁਰੂ ਕਿਰਪਾ ਕਰਨ, ਅਸੀਂ ਸਦਾ ਹੀ ਸਤਿਗੁਰੂ ਜੀ ਦਾ ਅਤੇ ਦਰਗਾਹੋਂ ਬਖਸ਼ਿਆਂ ਦਾ ਅਦਬ ਵੀ ਕਰੀਏ ਅਤੇ ਉਹਨਾਂ ਦੀ ਸੰਗਤ ਮੰਗੀਏ। ਜੇ ਮਿਲੇ ਤਾਂ ਮਸਤਕ ਤੇ ਚਰਨਾਂ ਦੀ ਧੂੜ ਲਾਈਏ। ਇਹਨੇ ਬਚਨ ਪ੍ਰਵਾਨ ਕਰਨੇ ਜੀ। ਭੁੱਲ ਚੁੱਕ ਦੀ ਖਿਮਾ ਕਰਨੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।